तकरीबन 20-22 साल हो गए काम करदे नूं और ये जिंदगी का साडे पहला चांस है इदां दा कि नोटबंदी विच भी इदां दा माड़ा हाल नहीं होया सीगा जिद्दां दा साडा करोना ना होया। जे तुसीं नुकसान की गल करो तो 1 महीने विच सेंटर गौरमेंट पंजाब गौरमेंट जिहड़ी हिल गई सी भाजी, जिहड़ा नुकसान उसदी तां पूर्ति नहीं हो सकती। पूरा साल ही साडा खराब हो गया है क्यों इन्हां दिनां विच साडी बुकिंग शुरू हो जाती है अक्तूबर महीने की, नवंबर महीने की, दसंबर की, जनवरी की बुकिंग शुरू होंदी सी, जिहड़ी साडे कोल अज एक भी प्रोग्राम बुक नहीं होया। मतलब जिन्नी भी ਆਪਾਂ ਸਾਡੇ ਨਾਲ ਲੇਬਰ ਕੰਮ ਕਰਦੀ ਹੈ ਜਾਂ ਸਾਡੇ ਨਾਲ ਹੈਲਪਰ ਬਾਕੀ ਕੰਮ ਕਰਦੇ ਨੇ ਸਾਰੇ ਵੀ 40% ਤੇ ਜਿਹੜੇ ਬੰਦੇ ਨੇ ਇੱਕਦਮ ਬਿਲਕੁਲ ਘਰ ਆਰਾਮ ਨਾਲ ਬਿਠਾ ਛੱਡੇ ਜੀ। ਸਾਡੇ 30-40 ਬੰਦੇ ਇਹਨਾਂ ਨੂੰ ਚੁੱਭਣ ਦੇਣੇ ਕਿ 30-40 ਬੰਦੇ ਇੱਕ ਫੰਕਸ਼ਨ ਤੇ ਹੋਣਗੇ ਤੇ ਕਰੋਨਾ ਫੈਲੇਗਾ। ਤੇ ਆਮ ਇਹ ਡੀਪੂ ਤੋਂ ਲੈ ਕੇ ਜਿੰਨੇ ਵੀ ਇਹਨਾਂ ਦੇ ਸਰਕਾਰੀ ਨੁਮਾਇੰਦੇ ਨੇ ਉੱਥੇ ਜਾ ਕੇ ਦੇਖ ਲਓ, ਖੋ ਬੰਦਾ ਨੋਰਮਲੀ ਖੜਾ ਦਿਸੇਗਾ ਤੁਹਾਨੂੰ। बस जी पहला डीजे का काम करते ही जी, हुण मुर्गे की दुकान पाई है जी, हुण हौली हौली वो काम शुरू किया जी। सब तो ज़्यादा असर जोड़ा है साढ़े जोड़े गिद्धा भंगड़ा ग्रुप है डीजे के नाल लड़कियां किते होर काम कर सकदियां ने। रोज़गार बिल्कुल ही हर कोई रोज़गार बंद है, हुण मजबूरी तौर पर दिहाड़ियां करनियां पैंदियां ने, रेहड़ियां लगाउणियां पैंदियां ने। ਉਹ ਹਾਲਾਤ ਜਿਹੜੇ ਉਹ ਮਾੜੇ ਹੋ ਚੁੱਕੇ ਆ। किवें ਚੱਲਣ ਦਾ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ, ਰੋਜ਼ੀ ਰੋਟੀ ਕਿਵੇਂ ਚੱਲਦੀ? ਇਸ ਟਾਈਮ ਸਰ ਮੈਂ ਅਲਮੂਨੀਅਮ ਦੇ ਕੰਮ ਦੇ ਨਾਲ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਸਰ ਜੀ। ਕਿਸੇ ਵੀ ਕੰਮ ਬਾਰੇ ਸਾਰੇ ਖੋਲ੍ਹ ਦਿੱਤੇ ਆ, ਸਾਡਾ ਜਿਹੜਾ ਕੰਮ ਆ ਬਿਲਕੁਲ ਹੀ ਬੰਦ ਪਿਆ, ਕੋਈ ਸੋਚਦਾ ਵੀ ਨਹੀਂ ਇਸ ਕੰਮ ਬਾਰੇ। ਅੱਗੇ ਜਦੋਂ ਇਲੈਕਸ਼ਨ ਆਉਣੇ ਆ ਫਿਰ ਸਾਰਿਆਂ ਨੂੰ ਸਰ ਫੰਡਾਂ ਦੀ ਲੋੜ ਪੈਣੀ ਆ ਵੀ ਸਾਡੀ ਇਕੱਠ ਕਰੋ, ਇੱਦਾਂ ਕਰੋ। ਫਿਰ ਜਦੋਂ ਸਾਡੀ ਲੋੜ ਪੈਣੀ ਆ ਫਿਰ ਸਰ ਉਦੋਂ ਸਾਰਿਆਂ ਨੇ ਖੋਲ੍ਹਣੇ ਆ ਵੀ ਹੁਣ ਸਾਊਂਡ ਵਾਲਿਆਂ ਦੀ ਲੋੜ ਆ, ਉਦੋਂ ਖੋਲ੍ਹ ਦਿਓ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਕਰੋਨਾ ਵਾਇਰਸ ਦਾ ਅਸਰ ਕਿਸ ਪੱਧਰ ਦੇ ਉੱਤੇ ਆਮ ਲੋਕਾਂ ਦੇ ਉੱਤੇ ਹੋਇਆ ਹੈ, ਇਸ ਦੀ ਇੱਕ ਜ਼ਿੰਦਾ ਜਾਗਦੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਹਰ ਤਬਕੇ ਦੇ ਉੱਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ, ਚਾਹੇ ਉਹ ਸਕੂਲ ਹੋਣ, ਚਾਹੇ ਕਾਲਜ ਹੋਣ, ਯੂਨੀਵਰਸਿਟੀਆਂ ਹੋਣ, ਚਾਹੇ ਕੋਈ ਹੋਰ ਖਿੱਤਾ ਹੋਵੇ। ਕੱਪੜਿਆਂ ਦੀਆਂ ਦੁਕਾਨਾਂ ਹਾਲਾਂਕਿ ਖੁੱਲ੍ਹ ਗਈਆਂ ਨੇ, ਪਰ ਇੱਕ ਤਬਕਾ ਅਜਿਹਾ ਵੀ ਹੈ ਜਿਹੜਾ ਤੁਹਾਡੇ ਹਰ ਖੁਸ਼ੀ ਦੇ ਮੌਕੇ ਦੇ ਉੱਤੇ ਤੁਹਾਡੇ ਘਰ ਰੌਣਕ ਲਾਉਣ ਦੇ ਲਈ ਪਹੁੰਚਦਾ ਸੀਗਾ। ਡੀਜੇ ਐਸੋਸੀਏਸ਼ਨ ਦੇ ਕੁਝ ਨੁਮਾਇੰਦੇ, ਪ੍ਰਧਾਨ ਤੇ ਡੀਜੇ ਦੇ ਮਾਲਕ ਸਾਡੇ ਨਾਲ ਮੌਜੂਦ ਨੇ। ਇਹਨਾਂ ਦੇ ਕਾਰੋਬਾਰ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਅਸਰ ਦੇਖਣ ਨੂੰ ਮਿਲਿਆ ਹੈ। ਨਾ ਤਾਂ ਲੋਕਾਂ ਦਾ ਇਕੱਠ ਹੋ ਰਿਹਾ, ਨਾ ਵਿਆਹ ਸ਼ਾਦੀਆਂ ਪ੍ਰੋਪਰ ਤਰੀਕੇ ਨਾਲ ਹੋ ਰਹੀਆਂ ਨੇ ਜਿੱਥੇ ਇਹਨਾਂ ਦੇ ਡੀਜੇ ਲੱਗਣ, ਔਰ ਇਹਨਾਂ ਦੀ ਕਮਾਈ ਦਾ ਸਾਧਨ ਜਿਹੜਾ ਤੁਰੇ। ਸਾਡੇ ਨਾਲ ਡੀਜੇ ਐਸੋਸੀਏਸ਼ਨ ਦੇ ਪ੍ਰਧਾਨ ਨੇ। ਸਰ ਕੀ ਨਾਂ ਤੁਹਾਡਾ? ਰਣਜੀਤ ਸਿੰਘ ਜੀ। ਰਣਜੀਤ ਸਿੰਘ ਜੀ, ਕਰੋਨਾ ਵਾਇਰਸ ਦਾ ਜਿਸ ਕਦਰ ਅਸਰ ਹੋਇਆ, ਲੋਕਡਾਊਨ ਹੋਇਆ, ਇੱਕਦਮ ਤੁਹਾਡਾ ਸੀਜ਼ਨ ਜਿਹੜਾ ਬੰਦ ਹੋ ਗਿਆ ਸੀਗਾ ਜੂਨ, ਫਰਵਰੀ, ਮਾਰਚ ਤੋਂ ਲੈ ਕੇ, ਕਿੰਨਾ ਕੁ ਅਸਰ ਦੇਖਦੇ ਹੋ ਡੀਜੇ ਭਾਈਚਾਰੇ ਦੇ ਉੱਤੇ ਤੁਸੀਂ? ਸਰ ਭਾਜੀ ਇੱਦਾਂ ਹੈਗਾ ਕਿ ਸਾਨੂੰ ਤਕਰੀਬਨ 20-22 ਸਾਲ ਹੋ ਗਏ ਕੰਮ ਕਰਦਿਆਂ ਨੂੰ ਔਰ ਇਹ ਜ਼ਿੰਦਗੀ ਦਾ ਸਾਡੇ ਪਹਿਲਾ ਚਾਂਸ ਹੈ ਇਦਾਂ ਦਾ ਕਿ ਨੋਟਬੰਦੀ ਵਿੱਚ ਵੀ ਇਦਾਂ ਦਾ ਮਾੜਾ ਹਾਲ ਨਹੀਂ ਹੋਇਆ ਸੀਗਾ ਜਿੱਦਾਂ ਦਾ ਸਾਡਾ ਕਰੋਨਾ ਨਾ ਹੋਇਆ। ਕਿਸ ਤਰੀਕੇ ਦਾ ਅਸਰ? ਮੈਂ ਜਾਣਨਾ ਚਾਹੂੰਗੇ ਕਿੰਨਾ ਕੁ ਨੁਕਸਾਨ ਹੋਇਆ, ਕਿੰਨੇ ਕੁ ਪੈਸੇ ਤੁਸੀਂ ਇਸ ਸੀਜ਼ਨ ਦੇ ਵਿੱਚ, ਕਿੰਨੇ ਮਹੀਨੇ ਦਾ ਕੰਮ ਚੱਲਦਾ ਸੀ ਤੁਹਾਡਾ? ਭਾਜੀ ਜਿਹੜਾ ਕੰਮ ਆ ਤਕਰੀਬਨ ਸਾਡਾ ਕੰਮ ਜੇ ਦੇਖਿਆ ਜਾਵੇ ਤਾਂ 12 ਮਹੀਨੇ ਦਾ ਹੀ ਆ। ਜੇ ਤੁਸੀਂ ਨੁਕਸਾਨ ਦੀ ਗੱਲ ਕਰੋ ਤਾਂ 1 ਮਹੀਨੇ ਵਿੱਚ ਸੈਂਟਰ ਗੌਰਮੈਂਟ ਪੰਜਾਬ ਗੌਰਮੈਂਟ ਜਿਹੜੀ ਉਹ ਹਿਲ ਗਈ ਸੀ ਅਤੇ ਸਾਨੂੰ ਤਾਂ ਫਿਰ ਵੀ 6 ਮਹੀਨੇ ਹੋ ਗਏ ਆਪਾਂ ਘਰੋਂ ਬਹਿ ਕੇ ਖਾਣ ਡਏ ਆ। ਕਿੰਨੇ ਕੁ ਪੈਸੇ ਕਮਾਉਣੇ ਸੀਗੇ ਪ੍ਰਧਾਨ ਜੀ? ਕਿੰਨੇ ਕੁ ਪ੍ਰੋਗਰਾਮ ਲੱਗਦੇ ਸੀਗੇ ਡੀਜਿਆਂ ਦੇ, ਔਰ ਕਿੰਨਾ ਕੁ ਬਜਟ ਹੁੰਦਾ ਸੀਗਾ ਵੀ ਆਪਾਂ 6 ਮਹੀਨੇ ਵਿਆਹ ਸ਼ਾਦੀਆਂ ਆਉਣੀਆਂ ਜਾਂ ਕੋਈ ਕਿਤੇ ਪ੍ਰੋਗਰਾਮ ਲੱਗਣਾ ਤਾਂ ਇੰਨੇ ਪੈਸੇ ਕਮਾ ਲੈਣੇ ਆ? ਕਿੱਡਾ ਕੁ ਵੱਡਾ ਨੁਕਸਾਨ, ਜੇ ਪੈਸਿਆਂ ਦੀ ਗੱਲ ਕਰਾਂ ਤਾਂ ਕਿੰਨਾ ਕੁ ਨੁਕਸਾਨ ਮੰਨਦੇ ਹੋ? ਭਾਜੀ ਜਿਹੜਾ ਨੁਕਸਾਨ ਉਹਦੀ ਤਾਂ ਪੂਰਤੀ ਨਹੀਂ ਹੋ ਸਕਦੀ। ਉਹ ਇਸ ਕਰਕੇ ਨਹੀਂ ਹੋ ਸਕਦੀ ਕਿ ਜਿਹੜਾ ਸਾਡਾ ਸੀਜ਼ਨ ਆ ਉਹ ਤਾਂ ਹੁੰਦਾ 3 ਮਹੀਨੇ ਦਾ, ਪਰ ਜਿਹੜਾ ਇਹ ਟਾਈਮ ਹੁੰਦਾ ਇਹਦੇ ਵਿੱਚ ਸਾਡਾ ਦੁਕਾਨਾਂ ਦਾ ਕਿਰਾਇਆ, ਘਰ ਦਾ ਖਰਚਾ, ਹੋਰ ਜਿਹੜੇ ਸਾਡੇ ਕੋਲ ਬੰਦੇ ਕੰਮ ਕਰਦੇ ਆ ਉਹ ਹੋ ਗਏ, ਪਲੱਸ ਗੱਡੀਆਂ ਵਾਲੇ ਹੋ ਗਏ, ਇਹ ਸਾਰੇ ਖਰਚੇ ਸਾਡੇ ਇਹਨਾਂ ਦਿਨਾਂ 'ਚ ਕੰਪਲੀਟ ਹੋ ਜਾਂਦੇ ਸੀਗੇ ਅਤੇ ਸਾਡਾ ਜਿਹੜਾ ਘਾਟਾ ਇਹ ਤਾਂ ਨਾ ਪੂਰਾ ਹੋਣ ਵਾਲਾ, ਲੱਖਾਂ ਦੇ ਹਿਸਾਬ ਨਾਲ ਹੀ ਆ। ਕਿੰਨੇ ਕੁ ਲੱਖ ਰੁਪਏ ਲੱਗ ਕੇ ਡੀਜੇ ਦਾ ਸਮਾਨ ਤੁਸੀਂ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿੰਨਾ ਕੁ ਸਮਾਨ ਤੁਸੀਂ ਤਿਆਰ ਕੀਤਾ ਸੀ, ਕਿੰਨੇ ਕੁ ਲੱਖ ਰੁਪਏ ਤੁਸੀਂ ਲਗਾਏ ਸੀਗੇ? ਭਾਜੀ ਜਿਹੜਾ ਸਾਡਾ ਕੰਮ ਹੈਗਾ ਨਾ ਜੀ, ਇੱਕ ਸਾਡੀ ਦੁਕਾਨਦਾਰੀ ਇੱਦਾਂ ਦੀ ਆ ਕਿ ਤੁਸੀਂ ਅੱਜ 10 ਲੱਖ ਦਾ ਸਮਾਨ ਲਿਓ ਅਤੇ ਅਗਲੇ ਸਾਲ ਤੁਹਾਡਾ ਮਿੱਟੀ ਆ, ਉਹ ਦੁਬਾਰਾ ਫਿਰ ਪਾਉਣਾ ਪੈਂਦਾ। ਇਸ ਕਰਕੇ ਸਾਡੇ ਕੋਲ ਸਮਾਨ ਜਿਹੜਾ ਉਹ ਤਾਂ ਲੱਖਾਂ ਦੇ ਹਿਸਾਬ ਨਾਲ 30-35 ਲੱਖ ਰੁਪਏ ਦਾ ਹਰੇਕ ਬੰਦੇ ਦਾ ਸਮਾਨ ਪਿਆ, ਉਹਦੀ ਪੂਰਤੀ ਤਾਂ ਨਹੀਂ ਹੋ ਸਕਦੀ। ਕਿੰਨੇ ਮਹੀਨੇ ਹੋ ਗਏ ਹੁਣ ਜਿਹੜਾ ਕੰਮਕਾਰ ਪੂਰੀ ਤਰ੍ਹਾਂ ਠੱਪ ਹੈ? ਪਰ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ, ਇਹ ਤਾਂ ਸਾਰਾ ਪਤਾ ਹੀ ਆ ਕਿ ਲਗਭਗ ਬਹੁਤਾ ਨਹੀਂ ਤੇ ਮੇਰਾ ਖਿਆਲ ਆ ਕਿ ਸਾਨੂੰ 5-6 ਮਹੀਨਾ ਲੱਗ ਗਿਆ ਜੀ ਇਹ। ਔਰ 6 ਮਹੀਨਾ ਨਹੀਂ, ਸਾਨੂੰ ਤਾਂ ਪੂਰਾ ਸਾਲ ਹੀ ਸਾਡਾ ਖਰਾਬ ਹੋ ਗਿਆ ਇਹ ਕਿਉਂ ਇਹਨਾਂ ਦਿਨਾਂ ਵਿੱਚ ਸਾਡੀ ਬੁਕਿੰਗ ਸ਼ੁਰੂ ਹੋ ਜਾਂਦੀ ਹੈ ਅਕਤੂਬਰ ਮਹੀਨੇ ਦੀ, ਨਵੰਬਰ ਮਹੀਨੇ ਦੀ, ਦਸੰਬਰ ਦੀ, ਜਨਵਰੀ ਦੀ ਬੁਕਿੰਗ ਸ਼ੁਰੂ ਹੁੰਦੀ ਸੀ, ਜਿਹੜੀ ਸਾਡੇ ਕੋਲ ਅੱਜ ਇੱਕ ਵੀ ਪ੍ਰੋਗਰਾਮ ਬੁੱਕ ਨਹੀਂ ਹੋਇਆ। ਇਹਦਾ ਮੇਨ ਕਾਰਨ ਆ ਕਰੋਨਾ।
ਨਹੀਂ, ਜਿਵੇਂ ਸਰਕਾਰ ਦੇ ਵੱਲੋਂ ਲਾਕਡਾਊਨ ਹੌਲੀ ਹੌਲੀ ਅਨਲੌਕ ਕੀਤਾ ਗਿਆ, ਪਹਿਲਾ ਦੂਜਾ ਤੀਜਾ ਆਇਆ, ਉਹਦੇ ਵਿੱਚ ਬਹੁਤ ਸਾਰੀਆਂ ਰਿਆਇਤਾਂ ਦੇ ਦਿੱਤੀਆਂ ਗਈਆਂ ਵੀ ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ, ਹਲਵਾਈਆਂ ਨੂੰ ਛੋਟ ਦੇ ਦਿੱਤੀ। ਤੁਹਾਡੇ ਕਾਰੋਬਾਰ ਦੇ ਵਿੱਚ ਕੋਈ ਰਿਆਇਤ ਸਰਕਾਰ ਵੱਲੋਂ ਦਿੱਤੀ ਹੁਣ ਤੱਕ, ਜਾਂ ਕੋਈ ਅਸਰ ਸਰਕਾਰ ਨੂੰ ਤੁਹਾਡੇ ਉੱਤੇ ਜਿਹੜਾ ਪੈ ਰਿਹਾ ਉਹਦੇ ਤੱਕ ਖਬਰਸਾਰ ਕੋਈ ਲਈ ਸਰਕਾਰ ਨੇ ਤੁਹਾਡੀ? ਦੇਖੋ ਜੀ, ਸਰਕਾਰ ਨੇ ਜਿੱਥੇ ਤੱਕ ਸਾਡਾ, ਜੇ ਸਾਨੂੰ ਪੁੱਛਿਆ ਜਾਵੇ ਤੇ ਸਾਡਾ ਤੇ ਕਿਤੇ ਨਾਂ ਹੀ ਨਹੀਂ ਲਿਆ ਸਰਕਾਰ ਨੇ, ਨਾ ਹੀ ਸਾਨੂੰ ਪੁੱਛਿਆ। ਤੇ ਜੇ ਤੁਸੀਂ ਗੱਲ ਕਰੋ ਸਾਨੂੰ ਘਾਟੇ ਦੀ, ਤੇ ਮੇਰਾ ਗੱਲ ਹੈ ਕਿ ਮਾਰਕੀਟ ਵਿੱਚ ਜਿੰਨੇ ਵੀ ਪ੍ਰੋਗਰਾਮ ਬੁੱਕ ਹੁੰਦੇ ਆ, ਸਾਰੀ ਮਾਰਕੀਟ ਹੀ ਵਿਆਹਾਂ ਤੇ ਚੱਲਦੀ। ਕੱਪੜੇ ਵਾਲੇ ਹੋ ਗਏ, ਹਲਵਾਈ ਹੋ ਗਏ, ਕੈਟਰਿੰਗ ਵਾਲੇ ਹੋ ਗਏ, ਫੁੱਲਾਂ ਵਾਲੇ ਹੋ ਗਏ, ਪੈਲਸ ਵਾਲੇ ਹੋ ਗਏ, ਗੱਡੀਆਂ ਵਾਲੇ ਹੋ ਗਏ। ਇਹ ਤਾਂ ਸਾਰਾ ਕੰਮ ਜਿਹੜਾ ਹੈ ਹੀ ਇਹ ਟੋਟਲੀ ਜਿਹੜਾ ਵਿਆਹਾਂ ਤੇ ਨਿਰਭਰ ਕਰਦਾ, ਹਰ ਇੱਕ ਦੁਕਾਨਦਾਰ ਦਾ ਹੀ। ਸਾਡੀ ਤਾਂ ਗੱਲ ਹੀ ਵੱਖਰੀ ਆ। ਇਹ ਤੁਸੀਂ ਲਗਾਤਾਰ ਸੁਣ ਰਹੇ ਹੋ ਵੀ ਕਿਸ ਤਰੀਕੇ ਦੀਆਂ ਮੁਸ਼ਕਲਾਂ ਡੀਜੇ ਜਿਹੜੇ ਚਲਾਉਂਦੇ ਨੇ ਮਾਲਕ ਨੇ, ਉਹਨਾਂ ਨੂੰ ਕਿਸ ਤਰੀਕੇ ਦੀਆਂ ਮੁਸ਼ਕਲਾਂ ਆ ਰਹੀਆਂ ਨੇ। ਸਾਡੇ ਨਾਲ ਇਸ ਐਸੋਸੀਏਸ਼ਨ ਦੇ ਨਾਲ ਜੁੜੇ ਨੁਮਾਇੰਦੇ ਹੋਰ ਵੀ ਨੇ। ਸੁਮਿਤ ਨੇ, ਬਹੁਤ ਵੱਡਾ ਨਾਮ ਹੈ ਇਹਨਾਂ ਦਾ ਡੀਜੇ ਭਾਈਚਾਰੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ। ਸੁਮਿਤ, ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿਸ ਤਰੀਕੇ ਦਾ ਅਸਰ ਤੁਸੀਂ ਮਹਿਸੂਸ ਕਰਦੇ ਹੋ, ਕਿੰਨਾ ਘਾਟਾ ਪਿਆ? ਸੁਖਵਿੰਦਰ ਜੀ, ਆਪਾਂ ਤੇ ਇਹ ਗੱਲ ਜਾਣਦੇ ਹਾਂ ਕਿ ਜਦੋਂ ਲੋਕਡਾਊਨ ਨਹੀਂ ਹੋਇਆ ਸੀ ਨਾ, ਜੇ ਉਸ ਤੋਂ ਪਹਿਲਾਂ ਸਾਡੇ ਸਾਰੇ ਭਰਾਵਾਂ ਕੋਲ ਮੇ ਵੀ ਕਿ ਸਾਰੇ ਕੋਲ 10-10 15-15 ਫੰਕਸ਼ਨ ਸੀ। ਐਤਕੀ ਸੀਜ਼ਨ ਥੋੜਾ ਜਿਹਾ ਨਾ ਆਪਣਾ ਵਿਆਹਾਂ ਦਾ ਲੰਬਾ ਚੱਲਿਆ ਸੀ, ਜਿਹਦੇ ਕਰਕੇ ਸਾਨੂੰ ਸਾਰਿਆਂ ਨੂੰ ਲੱਗਦਾ ਸੀ ਐਤਕੀ ਜਿਹੜਾ ਸਾਡਾ ਸਮਰ ਹੈ ਨਾ ਉਹ ਵਧੀਆ ਲੰਘੇਗਾ। ਤੇ ਉਹਦੇ ਅਕੋਰਡਿੰਗ ਜਦੋਂ ਇੱਕਦਮ 20 ਨੂੰ ਲੋਕਡਾਊਨ ਹੋ ਗਿਆ ਸ਼ੁਰੂ, ਤੇ ਨਾਰਮਲੀ ਜਿਹੜਾ ਛੋਟੇ ਤੋਂ ਛੋਟੇ ਡੀਜ਼ੇ ਵਾਲਾ ਉਹਨੂੰ ਵੀ ਮੇਰੇ ਹਿਸਾਬ ਨਾਲ 2 ਤੋਂ 3 ਲੱਖ ਦਾ ਘਾਟਾ ਪਿਆ ਹੋਵੇਗਾ। ਤੁਸੀਂ ਬਾਕੀ ਹਿਸਾਬ ਲਾ ਲਓ, ਸਾਡੀ ਬੁਕਿੰਗ ਹੀ ਸਾਰਿਆਂ ਦੀ ਲੱਖ ਦੇ ਤਕਰੀਬਨ ਹੁੰਦੀ ਹੈ, ਤੇ ਆਪਾਂ ਕਿੱਥੇ ਇਸ ਚੀਜ਼ ਨੂੰ ਘਾਟਾ ਪੂਰਾ ਕਰ ਸਕਾਂਗੇ। ਕਿੰਨੇ ਕੁ ਲੋਕ ਤੁਹਾਡੇ ਨਾਲ, ਮੈਂ ਤੁਹਾਡੇ ਤੋਂ ਹੀ ਜਾਣਨਾ ਚਾਹੂੰਗਾ ਕਿਉਂਕਿ ਤੁਹਾਡੇ ਨਾਲ ਜੇ ਆਪਾਂ ਉਸ ਦਾ ਅੰਦਾਜ਼ਾ ਲੱਗੇ ਤਾਂ ਆਪਾਂ ਬਾਕੀਆਂ ਦਾ ਅੰਦਾਜ਼ਾ ਲਗਾ ਸਕਦੇ ਹਾਂ। ਕਿੰਨੇ ਕੁ ਲੋਕਾਂ ਦਾ ਰੁਜ਼ਗਾਰ ਸੀਗਾ ਤੁਹਾਡੇ ਨਾਲ ਜੁੜਿਆ ਸੀਗਾ? ਭਾਜੀ, ਆਪਾਂ ਬਹੁਤਾ ਦੂਰ ਨਾ ਜਾਈਏ। ਜਿਹੜਾ ਅਸੀਂ ਇੱਕ ਘਰ ਡੀਜ਼ੇ ਲੈ ਕੇ ਜਾਂਦੇ ਆ ਨਾ, ਉਦੋਂ ਆਪਾਂ ਘਰ ਤੋਂ ਲੈ ਕੇ ਉਹਦੀ ਮੈਰਿਜ ਤੱਕ ਸਾਡੇ ਨਾਲ ਘੱਟੋ ਘੱਟ 40 ਜਾਂ 45% ਜਿਹੜੇ ਸਾਡੇ ਨਾਲ ਰੁਜ਼ਗਾਰ ਚੱਲਦਾ ਸੀ, ਜਿਹੜੇ ਜਿੱਥੋਂ ਗੱਡੀ ਤੋਂ ਲੈ ਕੇ ਇੱਕ ਗਰੁੱਪ ਤੋਂ ਲੈ ਕੇ ਇਲੈਕਟ੍ਰੀਸ਼ੀਅਨ ਤੋਂ ਲੈ ਕੇ ਆਲ, ਮਤਲਬ ਜਿੰਨੀ ਵੀ ਆਪਾਂ ਸਾਡੇ ਨਾਲ ਲੇਬਰ ਕੰਮ ਕਰਦੀ ਆ ਜਾਂ ਸਾਡੇ ਨਾਲ ਹੈਲਪਰ ਬਾਕੀ ਕੰਮ ਕਰਦੇ ਨੇ, ਸਾਰੇ 40% ਜਿਹੜੇ ਬੰਦੇ ਨੇ ਇੱਕਦਮ ਬਿਲਕੁਲ ਘਰ ਆਰਾਮ ਨਾਲ ਬਿਠਾ ਛੱਡੇ ਜੀ। ਤੇ ਬਾਕੀ ਹੁਣ ਵਾਹਿਗੁਰੂ ਦੇ ਹੱਥ ਆ ਕਿ ਕੀ ਗਾਂ ਬਣਨਾ ਜਾਂ ਸਰਕਾਰਾਂ ਵੱਲੋਂ ਕੋਈ ਸਾਰ ਲਈ ਹੈ ਤੁਹਾਡੇ ਭਾਈਚਾਰੇ ਦੀ? ਤੁਸੀਂ ਲਗਾਤਾਰ, ਆਪਾਂ ਪਹਿਲਾਂ ਵੀ ਖਬਰਾਂ ਵੀ ਦੇਖੀਆਂ ਵੀ ਲਗਾਤਾਰ ਆਵਾਜ਼ ਉਠਾ ਰਹੇ ਸੀਗੇ ਵੀ ਸਾਡਾ ਵੀ ਕੋਈ ਸੁਣਵਾਈ ਕਰੋ, ਸਾਨੂੰ ਵੀ ਕਿਤੇ ਡੀਜੇ ਲਾਉਣ ਦਾ ਮੌਕਾ ਦਿਓ, ਵੀ ਸਾਡਾ ਰੁਜ਼ਗਾਰ ਵੀ ਚੱਲੇ। ਕੋਈ ਸਰਕਾਰਾਂ ਨੇ ਸਾਰ ਲਈ ਹੁਣ ਤੱਕ ਤੁਹਾਡੀ? ਸਾਰ ਸਿਰਫ ਸੁਖਵਿੰਦਰ ਜੀ ਸਾਡੀ ਇਹੀ ਲਈ ਗਈ ਹੈ ਕਿ ਪਹਿਲਾਂ ਸਾਨੂੰ ਇੱਕ ਝੂਠਾ ਹੌਸਲਾ ਦਿੱਤਾ ਗਿਆ ਸੀ, ਉਹ ਵੀ ਹੁਣ ਇਹਨਾਂ ਨੇ ਚੱਕ ਲਿਆ ਕਿ ਜੋ ਰੂਟੀਨ ਵਿੱਚ ਮਾਰਕੀਟ ਵਿੱਚ ਹੋ ਰਿਹਾ ਉਹ ਇਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ। ਉੱਥੇ 100 ਬੰਦਾ ਇੱਕ ਸ਼ਾਪ ਦੇ ਬਾਹਰ ਖੜਾ ਹੈ, ਉਹ ਇਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ। ਸਾਡੇ 30-40 ਬੰਦੇ ਇਹਨਾਂ ਨੂੰ ਚੁੱਭਣ ਦੇਣੇ ਕਿ 30-40 ਬੰਦੇ ਇੱਕ ਫੰਕਸ਼ਨ ਤੇ ਹੋਣਗੇ ਤੇ ਕਰੋਨਾ ਫੈਲੇਗਾ। ਤੇ ਆਮ ਇਹ ਡੀਪੂ ਤੋਂ ਲੈ ਕੇ ਜਿੰਨੇ ਵੀ ਇਹਨਾਂ ਦੇ ਸਰਕਾਰੀ ਨੁਮਾਇੰਦੇ ਨੇ ਉੱਥੇ ਜਾ ਕੇ ਦੇਖ ਲਓ, 100 ਬੰਦਾ ਨਾਰਮਲੀ ਖੜਾ ਦਿਸੇਗਾ ਤੁਹਾਨੂੰ। ਤੇ ਬਾਕੀ ਜੇ ਕਹੀਏ ਸਰਕਾਰ ਵੱਲੋਂ ਕਿ ਸਰਕਾਰ ਨੇ ਸਾਨੂੰ 1% ਵੀ ਇੱਥੋਂ ਤੱਕ ਕਿ ਉਹਨਾਂ ਨੇ ਕਿ ਜਿੰਨੇ ਸਾਡੇ ਲੇਬਰ ਕਲਾਸ ਹੈ ਇਹਨਾਂ ਦੇ ਰਾਸ਼ਨ ਤੱਕ ਵੀ ਆਇਆ, ਉਹ ਵੀ ਉਹਨਾਂ ਨੇ ਇਸ ਚੀਜ਼ ਨੂੰ ਇਗਨੋਰ ਕਰਦਿਆਂ ਸਾਡੇ ਵੱਲੋਂ ਰੱਖਿਆ ਗਿਆ ਜੀ। ਕਿ ਮਤਲਬ ਅਸੀਂ ਇਹ ਕਵਾਂਗੇ ਸਾਨੂੰ 1 ਤੋਂ ਲੈ ਕੇ Z ਤੱਕ ਸਾਨੂੰ ਨਹੀਂ ਕਿਸੇ ਨੇ ਵੀ ਪੁੱਛਿਆ। ਸਰਕਾਰ ਦੀ ਤੇ ਗੱਲ ਹੀ ਛੱਡ ਦਿਓ, ਹੋਰ ਵੀ ਜਿੰਨੇ ਵੀ ਇਸ ਚੀਜ਼ ਦੇ ਨਾਲ ਐਸੋਸੀਏਸ਼ਨ ਜੁੜੀਆਂ ਨੇ, ਮਤਲਬ ਬਿਲਕੁਲ ਜ਼ੀਰੋ ਰਿਹਾ ਜੀ। ਜਿਵੇਂ ਤੁਹਾਡਾ ਮੈਂ ਦੇਖਦਾ ਸੀਗਾ ਵੀ ਆਪਾਂ ਗੱਲਬਾਤ ਕਰ ਰਹੇ ਸੀ, ਜਿਵੇਂ ਤੁਸੀਂ ਦੱਸਿਆ ਵੀ ਕਿੱਥੇ ਕਿੱਥੇ ਪ੍ਰੋਗਰਾਮ ਪਹਿਲਾਂ ਬੁੱਕ ਕਰਦੇ ਸੀਗੇ, ਹੁਣ ਤਾਂ ਬਿਲਕੁਲ ਇੱਕਦਮ ਠੱਪ ਹੋ ਗਿਆ। ਤੁਹਾਡੀਆਂ ਦੁਕਾਨਾਂ ਵੀ ਅਸੀਂ ਦੇਖੀਆਂ, ਅੰਦਰ ਘੱਟਾ ਮਿੱਟੀ, ਤੁਹਾਡੇ ਸਮਾਨ ਦੇ ਉੱਤੇ ਲੱਖਾਂ ਰੁਪਏ ਦਾ ਸਮਾਨ ਖਰਚ ਕੇ ਤੁਸੀਂ ਬਣਾਇਆ, ਉਹਦੇ ਉੱਤੇ ਵੀ ਘੱਟਾ ਮਿੱਟੀ ਚੜ ਗਿਆ। ਕਿੱਥੇ ਕਿੱਥੇ ਪ੍ਰੋਗਰਾਮ ਬੁੱਕ ਹੁੰਦੇ ਸੀਗੇ ਔਰ ਜਿਹੜੇ ਹੁਣ ਬਿਲਕੁਲ ਜ਼ੀਰੋ ਹੋ ਗਿਆ? ਸੁਖਵਿੰਦਰ ਜੀ, ਅਸੀਂ ਤੇ ਚਲੋ ਮਾਨ ਨਹੀਂ ਕਰਦੇ, ਆਪਣੇ ਜਿੰਨੇ ਵੀ ਭਰਾ ਨੇ ਆਪਾਂ ਸਾਰੇ ਪੂਰੇ ਪੰਜਾਬ ਤੋਂ ਇੱਥੋਂ ਤੱਕ ਕਿ ਪੰਜਾਬ ਤੋਂ ਬਾਹਰ ਵੀ ਆਪਾਂ ਹਰਿਆਣਾ ਸਾਈਡ ਵੱਲ ਵੀ ਆਪਾਂ ਮਾਰ ਕਰਦੇ ਸੀ। ਮਤਲਬ ਆਲ ਪੰਜਾਬ ਤੇ ਆਪਾਂ ਨਾਰਮਲੀ ਡੇਲੀ ਆਪਾਂ ਰਹਿੰਦੇ ਸੀ, ਕੋਈ ਲੁਧਿਆਣਾ, ਕਦੀ ਆਪਾਂ ਪਠਾਨਕੋਟ, ਨਾਰਮਲ ਡੇਲੀ ਸਾਡੇ ਫੰਕਸ਼ਨ ਹੁੰਦੇ ਸੀ। ਤੇ ਇਹੋ ਜੀ ਹੁਣ ਕੁਦਰਤ ਦੀ ਮਾਰ ਵਗੀ ਆ ਕਿ ਹੁਣ ਤੇ ਅਸੀਂ ਲੋਕਲ ਵੀ ਕੰਮ ਕਰਨ ਤੋਂ 20 ਵਾਰੀ ਰਾਜ ਕਰਦੇ ਹਾਂ। ਕਿ ਇੱਕ ਹੋਰ ਡੀਜੇ ਦੇ ਮਾਲਕ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ। ਉਹਨਾਂ ਦੀ ਕਹਾਣੀ ਥੋੜੀ ਜੀ ਅਲੱਗ ਹੋ ਗਈ ਹੈ। ਕੀ ਨਾਂ ਤੁਹਾਡਾ ਭਾਈ? ਰਾਹੁਲ ਭਾਜੀ। ਰਾਹੁਲ, ਪਹਿਲਾਂ ਡੀਜੇ ਦਾ ਕੰਮਕਾਰ ਸੀਗਾ, ਡੀਜੇ ਦਾ ਕੰਮਕਾਰ ਠੱਪ ਹੋ ਗਿਆ, ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ? ਬਸ ਜੀ, ਪਹਿਲਾਂ ਡੀਜੇ ਦਾ ਕੰਮ ਕਰਦੇ ਸੀ ਜੀ, ਹੁਣ ਮੁਰਗੇ ਦੀ ਦੁਕਾਨ ਪਾਈ ਹੈ ਜੀ, ਹੁਣ ਹੌਲੀ ਹੌਲੀ ਉਹ ਕੰਮ ਸ਼ੁਰੂ ਕੀਤਾ ਜੀ। ਉਹ ਤੋਂ ਪਰਿਵਾਰ ਦਾ ਜੀਵਨ ਬਸਰ ਸ਼ੁਰੂ ਹੋਇਆ, ਕੁਝ ਮੁਨਾਫਾ ਹੋ ਰਿਹਾ? ਨਹੀਂ ਜੀ, ਜਿੱਥੇ ਪਹਿਲਾਂ ਆਪਾਂ ਜ਼ਿਆਦਾ ਪੈਸੇ ਕਮਾਣੇ ਹੁਣ ਥੋੜੇ ਪੈਸੇ ਕਮਾ ਰਹੇ ਹਾਂ ਜੀ, ਉਹਦੇ ਕਰਕੇ ਘਰ ਦਾ ਗੁਜ਼ਾਰਾ ਬਹੁਤ ਔਖਾ ਜੀ। ਤੰਗੀ ਪਰੇਸ਼ਾਨੀ ਆ ਰਹੀ ਹੈ ਘਰ? ਬਹੁਤ ਜ਼ਿਆਦਾ ਜੀ। ਸਰਕਾਰਾਂ ਸਾਰ ਲੈਂਦੀਆਂ ਤੁਹਾਡੀ? ਨਹੀਂ ਜੀ, ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ ਜੀ। ਕੀ ਮੰਗ ਕੀ ਕਰਦੇ ਹੋ ਤੁਸੀਂ ਸਰਕਾਰ ਤੋਂ? ਮੰਗ ਕੁਛ ਨਹੀਂ ਜੀ, ਸਾਡਾ ਕੰਮ ਚਲਾਇਆ ਜਾਵੇ ਤੇ ਸਾਰਿਆਂ ਦਾ ਜੋ ਵੀ ਹੈਗਾ ਕਰਕੇ ਤੇ ਕੰਮ ਸਾਰਿਆਂ ਦਾ ਸ਼ੁਰੂ ਕੀਤੇ ਜਾਣ।
ਇਹ ਡੀਜੇ ਜਦੋਂ ਵਿਆਹਾਂ ਤੇ ਵੱਜਦੇ ਸੀਗੇ ਤਾਂ ਸੁਭਾਵਿਕ ਤੌਰ ਦੇ ਉੱਤੇ ਤੁਸੀਂ ਨਾਲ ਬਹੁਤ ਸਾਰੇ ਮੁੰਡੇ ਕੁੜੀਆਂ ਜਿਨ੍ਹਾਂ ਦਾ ਰੋਜ਼ਗਾਰ ਸੀਗਾ, ਜਿਨ੍ਹਾਂ ਦਾ ਪ੍ਰੋਫੈਸ਼ਨ ਸੀਗਾ ਭੰਗੜਾ ਗਿੱਧਾ ਜਾਂ ਕਲਚਰਲ ਗਰੁੱਪ ਬਣਾਏ ਗਏ ਸੀ, ਉਹ ਵੀ ਨੌਜਵਾਨ ਕੁਝ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਭਾਜੀ ਕੀ ਨਾਂ ਤੁਹਾਡਾ? ਮੇਰਾ ਨਾਮ ਮਨੂ ਹੈ ਜੀ। ਮਨੂ ਜੀ ਕੀ ਕੰਮ ਕਰਦੇ ਹੋ? ਮੇਰਾ ਗਿੱਧਾ ਭੰਗੜਾ ਗਰੁੱਪ ਹੈ ਜੀ। ਭਾਈ ਜਿਵੇਂ ਡੀਜੇ ਵਾਲਿਆਂ ਦੇ ਉੱਤੇ ਅਸਰ ਤਾਂ ਸਾਫ਼ ਤੌਰ ਦੇ ਉੱਤੇ ਇਹਨਾਂ ਨੇ ਵੀ ਦੱਸਿਆ ਵੀ ਅਸਰ ਹੋਇਆ, ਤੁਹਾਡੇ ਤੇ ਕਿਦਾਂ ਦਾ ਅਸਰ ਹੋਇਆ, ਕਿਵੇਂ ਹੁਣ ਜੀਵਨ ਬਸਰ ਚੱਲ ਰਿਹਾ? ਸਰ ਜੀ ਬਿਲਕੁਲ, ਜਿਸ ਤਰ੍ਹਾਂ ਇਹਨਾਂ ਡੀਜੇ ਵਾਲੇ ਵੀਰਾਂ ਦੇ ਨਾਲ ਹੀ ਆਪਾਂ ਚੱਲਦੇ ਹਾਂ, ਇਹਨਾਂ ਦੀ ਬਦੌਲਤ ਹੀ ਸਾਡਾ ਕੰਮ ਚੱਲਦਾ ਹੈ। ਔਰ ਕਾਫੀ ਲੜਕੇ ਲੜਕੀਆਂ ਜਿਹੜੇ ਇਸ ਪ੍ਰੋਫੈਸ਼ਨ ਨੂੰ ਆਪਣੀ, ਚਲੋ ਕਹਿ ਸਕਦੇ ਹਾਂ ਕਿ ਮਜਬੂਰੀ ਦੇ ਤੌਰ ਦੇ ਉੱਤੇ ਆਪਾਂ ਇਹਨੂੰ ਇੱਕ ਰੁਜ਼ਗਾਰ ਬਣਾ ਲਿਆ ਆਪਣਾ। ਇਸ ਤੋਂ ਇਲਾਵਾ ਨਾ ਤਾਂ ਸਾਨੂੰ ਕੋਈ ਹੋਰ ਕਿੱਤਾ ਆਉਂਦਾ ਹੈ, ਸਿਰਫ ਅਸੀਂ ਇਸੇ ਤੌਰ ਤੇ ਚੱਲਦੇ ਹਾਂ। ਇਹ ਸਭ ਕੁਝ ਬੰਦ ਹੋਣ ਕਰਕੇ ਅਸੀਂ ਨਾ ਕੋਈ ਹੋਰ ਕੰਮ ਕਰ ਸਕਦੇ ਹਾਂ ਤੇ ਨਾ ਹੀ ਸਾਨੂੰ ਕੋਈ ਹੋਰ ਕੰਮ ਆਉਂਦਾ ਹੈ। ਔਰ ਕਹਿਣ ਦਾ ਮਤਲਬ ਇਹ ਕਿ ਸਭ ਤੋਂ ਜ਼ਿਆਦਾ ਅਸਰ ਜਿਹੜਾ ਹੈ ਸਾਡੇ ਜਿਹੜੇ ਗਿੱਧਾ ਭੰਗੜਾ ਗਰੁੱਪ ਹੈ, ਡੀਜੇ ਦੇ ਨਾਲ ਨਾਲ ਲੜਕੀਆਂ ਕਿਤੇ ਹੋਰ ਕੰਮ ਕਰ ਸਕਦੀਆਂ ਨੇ, ਕਿਉਂਕਿ ਅਸੀਂ ਐਜ਼ ਅ ਪ੍ਰੋਫੈਸ਼ਨ ਜਿਹੜੀ ਆਰਟ ਆਪਾਂ ਸਿੱਖੀ ਹੈ ਭੰਗੜਾ ਗਿੱਧਾ, ਅਸੀਂ ਸੋਚਿਆ ਸੀ ਕਿ ਆਪਣਾ ਪੰਜਾਬੀ ਵਿਰਸਾ ਅੱਗੇ ਵਧਾਵਾਂਗੇ, ਨਾਲ ਦੀ ਨਾਲ ਅਸੀਂ ਵਿਰਸੇ ਨੂੰ ਪ੍ਰਮੋਟ ਕਰਾਂਗੇ, ਨਾਲ ਦੀ ਨਾਲ ਸਾਡੀ ਆਮਦਨ ਦਾ ਜ਼ਰੀਆ ਬਣੇਗਾ। ਪਰ ਇਹ ਲੋਕਡਾਊਨ ਦੇ ਨਾਲ ਬਿਲਕੁਲ ਹੀ ਖਤਮ ਹੋ ਗਿਆ, ਸਾਰਾ ਕੁਝ ਇੱਕਦਮ ਬੰਦ। ਰੁਜ਼ਗਾਰ ਚਲਾਉਣਾ ਕੀ ਅਸੀਂ ਘਰ ਦਾ ਆਪਣਾ ਚਲਾਉਣ ਦਾ ਬਹੁਤ ਜ਼ਿਆਦਾ ਔਖਾ ਹੋ ਗਿਆ ਸਾਡੇ। ਮੈਂ ਮਹਿਸੂਸ ਕਰ ਸਕਦਾ ਤੁਹਾਡੇ ਇਸ ਦਰਦ ਨੂੰ, ਤੁਹਾਡੀਆਂ ਅੱਖਾਂ ਜਿਹੜੀਆਂ ਉਹ ਵੀ ਨਮ ਲੱਗ ਰਹੀਆਂ ਨੇ। ਕਿੰਨੇ ਕੁ ਪੈਸੇ ਕਮਾ ਲੈਂਦੇ ਸੀਗੇ ਪਹਿਲਾਂ ਜਦੋਂ ਸੀਜ਼ਨ ਚੱਲਦਾ ਸੀ, ਜਾਂ ਇੱਕ ਪ੍ਰੋਗਰਾਮ ਤੋਂ ਕਿੰਨੇ ਕੁ ਪੈਸੇ ਕਮਾ ਕੇ ਘਰੇ ਲੈ ਕੇ ਜਾ ਕੇ ਬੱਚਿਆਂ ਦਾ ਪੇਟ ਭਰਦੇ ਸੀ? ਕਮਾਈ ਦਾ ਤਾਂ ਇਹ ਚੱਕਰ ਹੈ ਜੀ ਕਿ ਸਾਡਾ ਜਿਹੜਾ ਸੀਜ਼ਨ ਹੈ, ਜੇਕਰ ਸਹੀ ਤਰੀਕੇ ਨਾਲ ਗੱਲ ਕੀਤੀ ਜਾਏ ਤਾਂ ਸੀਜ਼ਨ 3 ਜਾਂ 4 ਮਹੀਨੇ ਦਾ ਸੀਜ਼ਨ ਹੁੰਦਾ ਹੈ। ਇਹ 3-4 ਮਹੀਨੇ ਦਾ ਸੀਜ਼ਨ ਲਗਾ ਕੇ ਗਰਮੀਆਂ ਦੇ ਆਹ ਦਿਨਾਂ ਦੇ ਵਿੱਚ ਮੇਲੇ ਲੱਗ ਜਾਂਦੇ ਸੀ, ਜਿਨ੍ਹਾਂ ਦੇ ਵਿੱਚ ਅਸੀਂ ਗਿੱਧਾ ਭੰਗੜਾ ਗਰੁੱਪ ਚੱਲਦਾ ਸੀ। ਜਿਹੜਾ ਗਰਮੀਆਂ ਦਾ ਆਫ ਸੀਜ਼ਨ ਹੁੰਦਾ ਸੀ, ਅਸੀਂ ਆਪਣੇ ਉਸ ਸੀਜ਼ਨ ਦੇ ਤੌਰ ਦੇ ਉੱਤੇ ਹੀ ਜੋ ਕਮਾਉਂਦੇ ਸੀ ਉਹ ਗਰਮੀਆਂ ਦੇ ਵਿੱਚ ਉਹੀ ਸਾਡਾ ਰੁਜ਼ਗਾਰ ਜਿਹੜਾ ਸੀ, ਉਹ ਸੇਵਿੰਗ ਜਿਹੜੀ ਸੀ ਉਹ ਚੱਲਿਆ ਕਰਦੀ ਸੀ। ਪਰ ਸਾਡਾ ਜਿਹੜਾ ਸੀਜ਼ਨ ਹੈ ਇਹ 22 ਮਾਰਚ 21 ਮਾਰਚ ਨੂੰ ਲੋਕਡਾਊਨ ਲੱਗਾ, ਕਿਉਂਕਿ ਉਸ ਟਾਈਮ ਸੀਜ਼ਨ ਦਾ ਜ਼ੋਰ ਹੁੰਦਾ, ਜਨਵਰੀ ਫਰਵਰੀ ਔਰ ਮਾਰਚ ਮਹੀਨੇ ਵਿੱਚ ਕੰਮ ਚਲਦੇ ਬੰਦ ਹੋਇਆ ਸਾਡੀਆਂ। ਜੇ ਮੈਂ ਕਹਿਣਾ ਚਾਹਾਂ ਕਿ ਸਾਡੀਆਂ ਜਿੱਦਾਂ ਕੋ ਅਸੀਂ ਡੀਜੇ ਵਾਲੇ ਸਾਡੇ ਵੀਰ ਨੇ, ਇਹਨਾਂ ਦੇ ਕੰਮ ਲਗਾਉਂਦੇ ਆ, ਸਾਡੀਆਂ ਪੇਮੈਂਟਾਂ ਵੀ ਹੋ ਜਾਂਦੀਆਂ ਨੇ, ਰਹਿ ਜਾਂਦੀਆਂ ਨੇ। ਹਰ ਕੋਈ ਇਹ ਹੁੰਦਾ ਕਿ ਚਲੋ ਜੀ ਸੀਜ਼ਨ ਚੱਲ ਰਿਹਾ ਹੈ, ਸਾਡੇ ਕੋਲ 15-15 20 ਸ਼ੋਅ ਮਾਰਚ ਦੇ ਨੇ, 10-15 ਸ਼ੋਅ ਅਪ੍ਰੈਲ ਦੇ ਨੇ, ਚਲੋ ਆਹ ਰੋਕਿਆ ਅਸੀਂ ਅਪ੍ਰੈਲ 'ਚ ਵੀ ਕਰ ਲਾਂਗੇ, ਮਾਰਚ ਵਿੱਚ ਕਰ ਲਾਂਗੇ। ਮਾਰਚ ਔਰ ਅਪ੍ਰੈਲ ਦਾ ਮਹੀਨਾ ਇਹ ਹੁੰਦਾ ਕਿ ਜਿਹੜੇ ਅਸੀਂ ਆਪਣੀ ਸੇਵਿੰਗ ਕਰਦੇ ਹਾਂ ਜਿੰਨੇ ਵੀ ਹੁੰਦੇ ਆ, ਕਿਉਂਕਿ ਦਸੰਬਰ ਨਵੰਬਰ ਇਹ ਜਿਹੜੇ ਅਸੀਂ ਕਮਾਉਂਦੇ ਆ, ਇਹ ਤੇ ਜਿਹੜਾ ਅਸੀਂ ਪਿਛਲੀ ਗਰਮੀਆਂ 'ਚ ਖਾਧਾ ਹੁੰਦਾ ਅਸੀਂ ਉਹਨਾਂ ਦਾ ਖਰਚਾ ਹੀ ਉਤਾਰਦੇ ਹਾਂ, ਕਰਜ਼ਾ ਉੱਤੇ ਜਿਹੜਾ ਚੱਕਿਆ ਹੁੰਦਾ। ਦਿਹਾੜੀ ਦੀ ਗੱਲ ਕਰਾਂ ਤਾਂ ਇੱਕ ਫੰਕਸ਼ਨ ਦੇ ਇੱਕ ਪ੍ਰਤੀ ਬੰਦੇ ਨੂੰ ਕਿੰਨੇ ਪੈਸੇ ਮਿਲਦੇ ਸੀਗੇ, ਜਿਹੜਾ ਹੁਣ ਜ਼ੀਰੋ ਹੋ ਗਏ? ਜਿਹੜਾ ਭੰਗੜੇ ਦਾ ਗੱਭਰੂ ਆ ਮੁੰਡਾ ਆ, ਅਸੀਂ ਜੇ ਉਹਦੀ ਕਰੀਏ ਤਾਂ ਘੱਟ 900 ਤੋਂ 1000 ਰੁਪਈਆ ਇੱਕ ਮੁੰਡੇ ਦੀ ਆਮਦਨ ਹੁੰਦੀ ਹੈ, ਔਰ ਲੜਕੀ ਨੂੰ 1200 1300 1400 ਇਸ ਹਿਸਾਬ ਨਾਲ ਚੱਲਦਾ ਹੈ। ਤੇ ਉਹਦੇ ਨਾਲ ਹੀ ਅਪਰੋਕਸੀਮੇਟ ਸੀਜ਼ਨ ਦੇ ਵਿੱਚ ਜੇ ਅਸੀਂ 60 ਸ਼ੋਅ ਲਾ ਲਈਏ, 70 ਲਾ ਲਈਏ, 80 ਲਾ ਲਈਏ ਵੱਧ ਤੋਂ ਵੱਧ, ਤੇ ਉਹਦਾ ਤੁਸੀਂ ਮਾਰਜਨ ਦੇਖ ਲਓ ਉਹਨਾਂ ਕੀ ਹੁੰਦਾ, ਉਹੀ ਅਸੀਂ ਕਮਾਉਣਾ। ਕੁੱਲ ਮਿਲਾ ਕੇ ਲਗਭਗ ਜੇ ਇੱਕ ਨੌਜਵਾਨ ਦੀ ਗੱਲ ਕਰੀਏ ਤਾਂ ਮੁੰਡੇ ਦੀ ਗੱਲ ਕਰੀਏ ਤਾਂ 30,000 ਰੁਪਇਆ ਮਹੀਨਾ ਸੀਜ਼ਨ ਦੇ ਵਿੱਚ ਕਮਾ ਲੈਂਦਾ, ਕੁੜੀ ਥੋੜੇ ਉਹਦੇ ਨਾਲੋਂ ਕੋਈ 40,000 ਤੱਕ 45,000। ਪਰ ਹੁਣ ਕਿਵੇਂ ਜੀਵਨ ਬਸਰ ਹੋ ਰਿਹਾ, ਕਿਵੇਂ ਘਰ ਦੇ ਖਰਚੇ ਚੱਲ ਰਹੇ ਨੇ, ਕਿਵੇਂ ਬੱਚਿਆਂ ਨੂੰ ਰੋਜੀ ਰੋਟੀ ਜਿਹੜੀ ਹੈ ਕਮਾ ਕੇ ਦੇ ਰਹੇ ਹੋ? ਬਹੁਤ ਜ਼ਿਆਦਾ ਔਖਾ ਹੋ ਗਿਆ ਜੀ। ਹੁਣ ਰੁਜ਼ਗਾਰ ਬਿਲਕੁਲ ਹੀ ਹਰ ਕੋਈ ਰੁਜ਼ਗਾਰ ਬੰਦ ਆ। ਹੁਣ ਮਜਬੂਰੀ ਤੌਰ ਤੇ ਦਿਹਾੜੀਆਂ ਕਰਨੀਆਂ ਪੈਂਦੀਆਂ ਨੇ, ਰੇਹੜੀਆਂ ਲਗਾਉਣੀਆਂ ਪੈਂਦੀਆਂ ਨੇ, ਜਾਂ ਕੋਈ ਹੋਰ ਛੋਟਾ ਮੋਟਾ ਕੰਮ ਕਿਸੇ ਦੁਕਾਨਾਂ ਦੇ ਉੱਤੇ ਜਾ ਕੇ ਸਾਨੂੰ ਆਪਣੀ ਦਿਹਾੜੀ ਕਰਨੀ ਪੈਂਦੀ ਹੈ, ਕਿਉਂਕਿ ਘਰ ਚਲਾਉਣਾ ਤਾਂ ਜ਼ਰੂਰੀ ਹੈ ਨਾ ਸਾਡੇ ਲਈ। ਸਾਡਾ ਰੁਜ਼ਗਾਰ ਬਿਲਕੁਲ ਬੰਦ ਹੋ ਗਿਆ। ਸਾਨੂੰ ਕੰਮ ਵੀ ਸਿਰਫ ਗਿੱਧਾ ਭੰਗੜਾ ਹੀ ਹੈ, ਇਹੀ ਸਿੱਖਿਆ, ਇਹੀ ਆਉਂਦਾ, ਹੋਰ ਕੋਈ ਰੁਜ਼ਗਾਰ ਅਸੀਂ ਕਰ ਨਹੀਂ ਸਕਦੇ। ਸਰਕਾਰ ਵੱਲੋਂ ਮਦਦ ਹੋਈ ਕੋਈ ਤੁਹਾਡੀ? ਕਿਸੇ ਨੇ ਆ ਕੇ, ਕਿਸੇ ਨੁਮਾਇੰਦੇ ਨੇ ਕਦੀ ਪੁੱਛਿਆ ਕਿ ਵੀ ਤੁਹਾਡਾ ਰੁਜ਼ਗਾਰ ਇਹਦੇ ਨਾਲ ਚੱਲਦਾ ਸੀਗਾ? ਇਹ ਵੀ ਗੱਲ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਕਿਸੇ ਮੰਤਰੀ ਸੰਤਰੀ ਜਾਂ ਕਿਸੇ ਵੱਡੇ ਲੀਡਰ ਦੇ ਪ੍ਰੋਗਰਾਮ ਹੁੰਦਾ ਹੋਊਗਾ, ਤੁਸੀਂ ਉਹ ਵੀ ਕਦੇ ਪ੍ਰੋਗਰਾਮ ਲਾ ਕੇ ਆਏ ਹੋਵੋਗੇ, ਉੱਥੇ ਵੀ ਪ੍ਰੋਗਰਾਮ ਦੇ ਵਿੱਚ ਪਰਫਾਰਮ ਕੀਤਾ ਹੋਊਗਾ, ਉਹਨਾਂ ਨੇ ਵੀ ਤੁਹਾਨੂੰ ਬੁਕਿੰਗ ਜਿਹੜੀ ਕੀਤੀ ਹੋਊਗੀ, ਪਰ ਅੱਜ ਕੱਲ ਉਹ ਵੀ ਨਹੀਂ ਕੋਈ ਸਾਰ ਲੈ ਰਿਹਾ। ਬਿਲਕੁਲ ਜੀ, ਅਸੀਂ ਹਰ ਕਿਸੇ ਦੀ ਮਤਲਬ ਸਾਡਾ ਕੰਮ ਹੀ ਇਹੀ ਹੈ ਕਿ ਅਸੀਂ ਲੋਕਾਂ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ 'ਚ ਦੁੱਗਣਾ ਚੌਗਣਾ ਇਜ਼ਾਫਾ ਕਰਦੇ ਹਾਂ, ਚਾਹੇ ਉਹ ਮੰਤਰੀ ਹੋਣ ਚਾਹੇ ਸੰਤਰੀ ਹੋਣ। ਹਰ ਇੱਕ ਬੰਦੇ ਦੇ ਖੁਸ਼ੀਆਂ ਦੇ ਵਿੱਚ ਡੀਜੇ ਲਾਈਨ ਔਰ ਭੰਗੜਾ ਗਿੱਧਾ ਗਰੁੱਪ, ਇਹਨਾਂ ਦੇ ਨਾਲ ਹੀ ਖੁਸ਼ੀਆਂ 'ਚ ਇਜ਼ਾਫਾ ਹੁੰਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਇਸ ਜਿਹੜਾ ਇਹ ਲੋਕਡਾਊਨ ਦਾ ਪੀਰੀਅਡ ਹੈ, ਕਰੋਨਾ ਮਹਾਮਾਰੀ ਵਬਾ ਚੱਲੀ ਹੈ, ਸਾਰੇ ਜਾਣਦੇ ਆ ਚੱਲੀ ਹੈ, ਸਰਕਾਰ ਨੇ ਹਰ ਇੱਕ ਅਦਾਰੇ ਨੂੰ ਕੋਈ ਨਾ ਕੋਈ ਸਹੂਲਤ ਦੇ ਕੇ ਉਹਦਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਸੰਗੀਤਕ ਭਾਈਚਾਰਾ ਜਿੰਨਾ ਵੀ ਹੈ, ਇਸ ਦੇ ਬਾਰੇ ਨਾ ਤਾਂ ਸਰਕਾਰਾਂ ਨੇ ਦੇਖਿਆ, ਨਾ ਹੀ ਸਮਾਜ ਸੇਵੀ ਸੰਸਥਾਵਾਂ ਨੇ। ਇਹ ਜਿੰਨੇ ਵੀ ਸਾਡੇ ਨਾਲ ਜਾਂ ਡੀਜੇ ਵਾਲੇ ਵੀਰ ਨੇ, ਇਹਨਾਂ ਨਾਲ ਜਿਹੜੇ ਵਰਕਰ ਕੰਮ ਕਰਦੇ ਨੇ,
ਮੈਂ ਨਹੀਂ ਚਾਹੁੰਦਾ ਕਹਿੰਦਾ ਕਿ ਸਰਕਾਰਾਂ ਨੇ ਕੋਈ ਮਦਦ ਕੀਤੀ ਹੈ, ਕਿਸੇ ਨੇ ਮਦਦ ਕੀਤੀ ਹੈ। ਇਹ ਸਾਡੇ ਇਹਨਾਂ ਵੀਰਾਂ ਦਾ ਹੀ ਹੌਸਲਾ ਹੈ, ਡੀਜ਼ੇ ਵਾਲਿਆਂ ਦਾ, ਜਿਨ੍ਹਾਂ ਨੇ ਆਪਣੇ ਵਰਕਰਾਂ ਦੇ ਲਈ ਵੀ ਇਹ ਲੋਕਡਾਊਨ ਦੇ ਵਿੱਚ ਬਹੁਤ ਵਧੀਆ ਮਦਦ ਜਿੰਨਾ ਉਪਰਾਲਾ ਕਰ ਸਕਦੇ ਸੀ ਉਹ ਕੀਤਾ। ਸਰਕਾਰਾਂ ਵੱਲੋਂ ਕੋਈ ਉਮੀਦ ਨਹੀਂ ਹੋਈ ਸਾਨੂੰ। ਬਿਲਕੁਲ, ਸਰਕਾਰਾਂ ਦੇ ਵੱਲੋਂ ਕਹਿੰਦੇ ਕਿਸੇ ਤਰੀਕੇ ਦੀ ਵੀ ਸਾਰ ਨਹੀਂ ਲਈ ਗਈ। ਜਿਵੇਂ ਬਾਕੀ ਕਿੱਤੇ ਖੋਲ੍ਹੇ ਨੇ, ਦੁਕਾਨਾਂ ਖੁੱਲ੍ਹੀਆਂ ਨੇ, ਬਾਜ਼ਾਰ ਖੁੱਲ੍ਹੇ ਨੇ, ਉਸ ਤਰੀਕੇ ਦੇ ਨਾਲ ਮੰਗ ਕਰਦੇ ਨੇ ਵੀ ਸਾਡੇ ਰੋਜ਼ਗਾਰ ਵੱਲ ਵੀ ਧਿਆਨ ਦਿੱਤਾ ਜਾਵੇ, ਇਹ ਵੀ ਖੁੱਲ੍ਹੇ। ਕਹਿੰਦੇ ਹਰ ਇਨਸਾਨ ਦੀ ਖੁਸ਼ੀ ਦੇ ਵਿੱਚ ਅਸੀਂ ਉਸ ਦੀ ਖੁਸ਼ੀ ਨੂੰ ਦੁੱਗਣੀ ਚੌਗਣੀ ਕਰਦੇ ਸੀਗੇ, ਪਰ ਅੱਜ ਅਸੀਂ ਦੁਖੀ ਹਾਂ ਤਾਂ ਸਾਡੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਸਾਡੇ ਨਾਲ ਇੱਕ ਹੋਰ ਭਾਈ ਸਾਹਿਬ ਮੌਜੂਦ ਨੇ। ਭਾਈ ਕੀ ਨਾਂ ਤੁਹਾਡਾ? ਨਹੀਂ, ਭੁਪਿੰਦਰ ਸਿੰਘ ਨਾਂ ਜੀ, ਸੰਧੂ ਡੀ ਸੌਂਡ ਦਸੂਆ ਤੋਂ। ਸੰਧੂ ਜੀ, ਕਿੰਨਾ ਕੁ ਨੁਕਸਾਨ ਤੁਹਾਨੂੰ ਹੋਇਆ ਹੈ ਇਹ ਜਿਹੜੇ ਸਾਰਾ ਪੀਰੀਅਡ ਜਿਹੜਾ ਲੰਘਿਆ ਕਰੋਨਾ ਵਾਇਰਸ ਦਾ ਚੱਲ ਰਿਹਾ ਜੋ? ਸਰ 3-4 ਲੱਖ ਰੁਪਏ ਨੁਕਸਾਨ ਹੋ ਗਿਆ ਸਰ ਜੀ। ਤੇ ਮੇਰਾ ਸੌਂਡ ਦਾ ਨਾਲ ਕੰਮ ਜੀ, ਜਦੋਂ ਡੀਜੇ ਦਾ ਸੀਜ਼ਨ ਖਤਮ ਹੋ ਜਾਂਦਾ ਨਾਲ ਦੇ ਨਾਲ ਮੇਰਾ ਸੌਂਡ ਦਾ ਕੰਮ ਚੱਲਦਾ ਰਹਿੰਦਾ। ਅੱਜ ਕੱਲ੍ਹ ਕਵਾਲੀਆਂ, ਨਕਲਾਂ, ਪ੍ਰੋਗਰਾਮ, ਗੁਰਪੁਰਬ ਜਾਂ ਸਾਰਾ ਚੱਲਦਾ ਰਹਿੰਦਾ ਜੀ। ਜਗਰਾਤੇ ਵਗੈਰਾ ਉਹ ਸਾਰੇ ਰੁਕ ਗਏ ਆ ਜੀ। ਉਹਦੇ ਕਰਕੇ ਸਾਡੇ ਦੁਕਾਨਾਂ ਦੇ ਕਿਰਾਏ ਦੇਣੇ ਵੀ ਔਖੇ ਹੋ ਗਿਆ ਸਰ। ਅੱਜ ਮੈਂ ਪੂਰੇ ਸਵਾ ਮਹੀਨੇ ਬਾਅਦ ਦੁਕਾਨ ਦਾ ਜਿਹੜਾ ਉਹ ਤਾਲਾ ਖੋਲ੍ਹਿਆ ਤੇ ਔਰ ਮੇਰੇ ਮਾਲਕ ਦਾ ਫੋਨ ਆ ਰਿਹਾ ਸੀ, ਕਹਿੰਦੇ ਕਿਰਾਇਆ ਦਿਓ। ਔਰ ਬੜਾ ਸਾਰਾ ਔਖਾ ਹੋ ਗਿਆ ਕੰਮ ਦੇ ਵਿੱਚ। ਔਰ ਮੈਂ ਫ੍ਰੀ ਟਾਈਮ ਦੇ ਵਿੱਚ ਸਰ ਹੁਣ ਅਲਮੂਨੀਅਮ ਦੇ ਕੰਮ ਦੇ ਨਾਲ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ। ਤੇ ਇੰਨਾ ਮਹਿੰਗਾ ਸਮਾਨ ਪਾਇਆ, ਹਰ ਸਾਲ ਜਿਹੜਾ ਸਮਾਨ ਦੀ ਨਵੀਂ ਰੀਇਨਵੈਸਟਮੈਂਟ ਕਰਨੀ ਪੈਂਦੀ ਆ। ਉਹਦੇ ਕਰਕੇ ਸਰ ਸਾਡਾ ਜਿਹੜਾ ਸਰਕੂਲੇਸ਼ਨ ਆ, ਅਸੀਂ ਆਪਣੇ ਪ੍ਰੋਗਰਾਮ ਤੋਂ ਕੰਮ ਦੇ ਉੱਤੋਂ ਬਹੁਤ ਵਧੀਆ ਰੋਟੀ ਖਾ ਰਹੇ ਹਾਂ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਮਾੜਾ ਆ ਸਾਡਾ ਪ੍ਰੋਗਰਾਮ, ਪਰ ਬਹੁਤ ਵਧੀਆ ਰੋਟੀ ਖਾ ਰਹੇ ਹਾਂ। ਪਰ ਸਰ ਇਸ ਟਾਈਮ ਬਹੁਤ ਹਾਲਾਤ ਜਿਹੜੇ ਉਹ ਮਾੜੇ ਹੋ ਚੁੱਕੇ ਆ। ਕਿਵੇਂ ਚੱਲਣ ਦਿਆ ਘਰ ਦਾ ਗੁਜ਼ਾਰਾ, ਕਿਵੇਂ ਚੱਲਦਾ, ਰੋਜ਼ੀ ਰੋਟੀ ਕਿਵੇਂ ਚੱਲਦੀ ਇਸ ਟਾਈਮ ਸਰ ਮੈਂ ਅਲਮੂਨੀਅਮ ਦੇ ਕੰਮ ਦੇ ਨਾਲ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਸਰ ਜੀ। ਹਾਂਜੀ, ਔਰ ਕਿਰਾਏ ਦੇਣੇ ਬਹੁਤ ਔਖੇ ਹੋਏ ਪਏ ਆ। ਲੱਖਾਂ ਦਾ ਸਮਾਨ ਇੱਦਾਂ ਹੀ ਪਿਆ ਹੋਇਆ ਔਰ ਮਿੱਟੀ ਹੋਇਆ ਪਿਆ ਸਰ, ਕੋਈ ਉਹਦੀ ਪੁੱਛ ਪੜਤਾਲ ਨਹੀਂ ਹੈਗੀ। ਔਰ ਕੰਮ ਸਾਡੇ ਚੱਲ ਨਹੀਂ ਰਹੇ ਬਿਲਕੁਲ। ਪਹਿਲਾਂ ਸਰਕਾਰ ਨੇ ਦਿੱਤੀ ਸੀ ਛੂਟ 50 ਬੰਦਿਆਂ ਦੀ ਸਰ, ਉਸ ਤੋਂ ਘਟਾ ਕੇ 30 ਬੰਦਿਆਂ ਦੇ ਕਰ ਦਿੱਤਾ, ਕਿਉਂਕਿ ਡੀਜੇ ਵਾਲੀ ਲਾਈਨ ਦੇ ਵਿੱਚ ਸਰ 10-12 ਬੰਦੇ ਤਾਂ ਟੋਟਲ ਡੀਜੇ ਵਾਲਿਆਂ ਦਾ ਹੀ ਹੋ ਜਾਂਦਾ ਕਿ ਸਮਾਨ ਭਾਰਾ ਹੈਗਾ। ਸਮਾਨ ਭਾਰਾ ਹੋਣ ਕਰਕੇ ਸਰ ਇਹ ਚੱਕਣਾ ਲੱਦਣਾ ਬੜਾ ਔਖਾ ਹੈਗਾ। ਇਸ ਕਰਕੇ ਸਰ ਜੀ ਇਹ ਡਰਾਈਵਰ, ਆਪਰੇਟਰ ਔਰ ਲੇਬਰ ਦੇ ਜੋ ਵੀ ਨੁਮਾਇੰਦੇ ਹੈਗੇ, ਸਾਰਾ ਕੰਮ ਸਰ ਉਹਨਾਂ ਦਾ ਇਕੱਠੇ ਚੱਲਦਾ ਆ। ਸਾਡਾ ਗਰੁੱਪ ਵਰਕ ਹੈਗਾ ਆ, ਉਹ ਸਾਰੇ ਸਰ ਵਿਹਲੇ ਬੈਠੇ ਹੋਏ ਆ ਆਪਾਂ। ਇਸ ਕਰਕੇ ਸਾਡਾ ਬਹੁਤ ਔਖਾ ਗੁਜ਼ਾਰਾ ਹੋਇਆ ਪਿਆ। ਸਰਕਾਰ ਜਿਵੇਂ ਸਰਕਾਰ ਦੇ ਵੱਲੋਂ ਹੋਰ ਅਦਾਰੇ ਖੋਲ੍ਹ ਦਿੱਤੇ ਗਏ ਨੇ, ਦੁਕਾਨਾਂ ਖੁੱਲ੍ਹੀਆਂ ਨੇ, ਹੈ ਨਾ, ਅਨਲੌਕ ਕਰੀ ਜਾ ਰਹੀ ਹੈ ਸਰਕਾਰ, ਖੋਲ੍ਹ ਵੀ ਰਹੀ ਹੈ। ਤੁਹਾਡੇ ਭਾਈਚਾਰੇ ਦੇ ਵੱਲ ਸਰਕਾਰ ਦੇ ਵੱਲੋਂ ਅਜੇ ਤੱਕ ਕੋਈ ਧਿਆਨ ਮੈਨੂੰ ਲੱਗਦਾ ਨਹੀਂ ਦਿੱਤਾ ਗਿਆ ਨਾ, ਉਹ ਕਿਵੇਂ ਦੇਖਦੇ ਹੋ ਤੁਸੀਂ ਉਸ ਚੀਜ਼? ਨਹੀਂ ਸਰ, ਸਰਕਾਰ ਨੇ ਸਾਡੇ ਭਾਈਚਾਰੇ ਬਾਰੇ ਕੋਈ ਵੀ ਐਸਾ ਨਹੀਂ ਹੈ ਵੀ ਦੇਖਿਆ ਜਾ ਕਿਸੇ ਵੀ ਕੰਮ ਬਾਰੇ। ਸਾਰੇ ਖੋਲ੍ਹ ਦਿੱਤੇ ਆ। ਸਾਡਾ ਜਿਹੜਾ ਕੰਮ ਆ ਬਿਲਕੁਲ ਹੀ ਬੰਦ ਪਿਆ, ਕੋਈ ਸੋਚਦਾ ਵੀ ਨਹੀਂ ਇਸ ਕੰਮ ਬਾਰੇ। ਅੱਗੇ ਜਦੋਂ ਇਲੈਕਸ਼ਨ ਆਉਣੇ ਆ ਫਿਰ ਸਾਰਿਆਂ ਨੂੰ ਸਰ ਸੌਂਡਾਂ ਦੀ ਲੋੜ ਪੈਣੀ ਆ ਵੀ ਸਾਡੀ ਇਕੱਠ ਕਰੋ, ਇੱਦਾਂ ਕਰੋ। ਫਿਰ ਜਦੋਂ ਸਾਡੀ ਲੋੜ ਪੈਣੀ ਆ ਫਿਰ ਸਰ ਉਦੋਂ ਸਾਰਿਆਂ ਨੇ ਖੋਲ੍ਹਣੇ ਆ ਵੀ ਹੁਣ ਸੌਂਡ ਵਾਲਿਆਂ ਦੀ ਲੋੜ ਆ, ਉਦੋਂ ਖੋਲ੍ਹ ਦਿਓ। ਪਰ ਸਰ ਅੱਜ ਸੌਂਡ ਵਾਲਿਆਂ ਨੂੰ, ਡੀਜੇ ਵਾਲਿਆਂ ਨੂੰ ਲੋੜ ਆ, ਪਰ ਕੋਈ ਨਹੀਂ ਸਾਡੀ ਸੁਣਵਾਈ ਨਹੀਂ ਕਰ ਰਿਹਾ। ਬੜਾ ਸਾਡਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ। ਨਹੀਂ, ਜਿਵੇਂ ਤੁਸੀਂ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਵੀ ਆਉਣੀਆਂ, ਸਪੀਕਰ ਲੱਗਣੇ ਨੇ, ਇਹ ਜਿਹੜੇ ਲੀਡਰ ਨੇ ਉਹਨਾਂ ਦੇ ਵੱਲੋਂ ਵੱਡੇ ਵੱਡੇ ਭਾਸ਼ਣ ਦੇਣ ਦੇ ਲਈ ਸਾਊਂਡ ਬੁੱਕਾਂ ਕੀਤੀਆਂ ਜਾਣੀਆਂ ਨੇ, ਤੁਹਾਡਾ ਉਦੋਂ ਕੀ ਰਵੱਈਆ ਰਹੂਗਾ? ਫਿਰ ਕੋਈ ਪਲਾਨ ਇਦਾਂ ਦਾ ਕੀਤਾ ਵੀ ਤੁਸੀਂ ਜਵਾਬ ਦਿਓਗੇ ਉਸ ਟਾਈਮ ਉਹਨਾਂ ਨੂੰ? ਹਾਂਜੀ ਸਰ, ਔਖਾ ਵੀ ਇਹਦੇ ਦੇਖੋ, ਜਿੱਦਾਂ ਸਰਕਾਰ ਨੇ ਸਾਡਾ ਸਾਥ ਦਿੱਤਾ ਉੱਦਾਂ ਹੀ ਅਸੀਂ ਦੇਵਾਂਗੇ। ਫਿਰ ਸਾਡੇ ਵੱਲੋਂ ਤਾਂ ਇਹੀ ਆ ਵੀ ਔਖਾ ਹੁਣ ਫਿਰ ਕਰਜ਼ੇ ਚੁੱਕ ਸਰ ਅਸੀਂ ਦੁਕਾਨਾਂ ਦੇ ਕਿਰਾਏ ਦੇ ਰਹੇ ਹਾਂ, ਅਸੀਂ ਦਿਹਾੜੀ ਕਰਕੇ ਆਪਣਾ ਟਾਈਮ ਪਾਸ ਕਰ ਰਹੇ ਹਾਂ। ਅਸੀਂ ਕਹਿੰਦੇ ਆ ਵੀ ਆਪਣਾ ਜਿਹੜਾ ਅਸੀਂ ਕੰਮ ਕਰੀਏ ਆਪਣੇ ਵਧੀਆ ਤਰੀਕੇ ਨਾਲ ਕਰੀ ਜਾਂਦੇ ਹਾਂ। ਸਾਡਾ ਘਰ ਦਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਨਾਲ ਚੱਲਦਾ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਆਪਣੇ ਕੰਮ ਤੋਂ ਸੈਟੀਸਫਾਈਡ ਆ ਵੀ ਨਹੀਂ ਸਾਡਾ ਮਾੜਾ ਕੰਮ ਚੱਲਦਾ ਆ। 2-4 ਮਹੀਨੇ ਸਾਡਾ ਸਰ ਵਧੀਆ ਕੰਮ ਚੱਲਦਾ ਆ। 3-4 ਲੱਖ ਰੁਪਏ ਦੀ ਜਿਹੜੀ ਉਹ ਸਾਡੀ ਇਨਵੈਸਟਮੈਂਟ ਹੋ ਜਾਂਦੀ ਆ। ਬੰਦਾ ਜੇ ਵਿਹਲਾ ਵੀ ਰਹੇ ਤੇ ਬੰਦਾ ਖਾ ਲੈਂਦਾ ਆ। ਘਰ ਦੇ ਖਰਚੇ ਸਰ ਬਹੁਤ ਹੈਗੇ ਆ, ਕੋਈ ਏਡੀ ਨਹੀਂ ਆ ਵੀ ਬੱਚਿਆਂ ਦੀਆਂ ਫੀਸਾਂ ਦੀਆਂ ਪੜ੍ਹਾਈਆਂ ਜਾਂ ਹੋਰ। ਅੱਛਾ, ਬੱਚਿਆਂ ਦੀ ਗੱਲ ਆਈ, ਉਹ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਕਹਿੰਦੇ ਚੱਲ ਰਹੀਆਂ ਨੇ, ਉਹ ਸਕੂਲਾਂ ਵਾਲੇ ਵੀ ਫੀਸਾਂ ਪੂਰੀਆਂ ਮੰਗ ਰਹੇ ਨੇ, ਫਿਰ ਉਹ ਕਿਵੇਂ ਚੱਲ ਰਿਹਾ? ਉਹ ਸਰ ਉਹ ਪ੍ਰੋਸੈਸ ਚੱਲ ਰਿਹਾ। ਉਹ ਬਾਰ-ਬਾਰ ਮੰਗ ਕਰਦੇ ਆ। ਬੇਟਾ ਮੇਰਾ ਰੋਜ਼ ਕਹਿੰਦਾ ਸਰ ਵੀ ਟੀਚਰ ਮੇਰੇ ਕਹਿੰਦੇ ਆ ਉਹ ਫੀਸ ਦਿਓ, ਇੰਨਾ ਹੋ ਗਿਆ, ਇੱਦਾਂ ਹੋ ਗਿਆ। ਤੇ ਸਰ ਉਹ ਜਦੋਂ ਫਿਰ ਨਹੀਂ ਔਖਾ ਹੋ ਜਾਂਦਾ, ਦੇਣਾ ਬਹੁਤ ਔਖਾ ਸਾਡੇ ਵਾਸਤੇ ਉਹਨਾਂ ਚੀਜ਼ਾਂ ਦਾ। ਤੇ ਬਹੁਤ ਤੰਗ ਆ ਸਰ। ਆਪਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ? ਕੀ ਕਹਿਣਾ ਚਾਹੁੰਦੇ ਸਰਕਾਰ ਨੂੰ? ਸਰ ਇਹੀ ਅਪੀਲ ਆ ਵੀ ਅਸੂਲਾਂ ਨੂੰ ਮੱਦੇ ਨਜ਼ਰ ਰੱਖਦੇ ਜਿੱਦਾਂ ਬਾਕੀ ਕੰਮ ਖੋਲ੍ਹ ਦਿੱਤੇ ਗਏ ਆ, ਸਾਡੇ ਡੀਜੇ ਸਾਊਂਡ ਵਾਲੇ ਦੇ ਵੀ ਕੰਮ ਖੁੱਲ੍ਹੇ ਜਾਣ, ਚੌਕੀਆਂ ਲੱਗਣ, ਭੰਡਾਰੇ ਹੋਣ, ਕੋਈ ਸਾਊਂਡ ਲੱਗੇ ਜਾਂ ਕਿਸੇ ਦੀ ਹਰ ਕੰਮ ਚੱਲਣ, ਡੀਜੇ ਚੱਲਣ। ਛੋਟੇ ਕੰਮਾਂ ਦੇ ਉੱਤੇ ਵੀ ਜਿਹੜਾ ਮੱਧ ਵਰਗ ਆ ਇਹ ਪਿਸ ਰਿਹਾ ਸਰ ਕਰੋਨਾ ਦੀ ਵਿੱਚ। ਇਸ ਕਰਕੇ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਸਾਡੇ ਵੀ ਜਿਹੜੇ ਕੰਮ ਆ ਖੋਲ੍ਹੇ ਜਾਣ ਤੇ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਸਰਕਾਰ ਦੇ, ਕਿਉਂਕਿ ਸਾਡਾ ਜਿਹੜਾ ਗੁਜ਼ਾਰਾ ਬਹੁਤ ਔਖਾ ਹੋ ਰਿਹਾ। ਲੋਨ ਦੇ ਉੱਤੇ ਸਾਡਾ ਸਮਾਨ ਆ ਸਰ, ਲੋਨ ਦੇ ਉੱਤੇ ਦੁਕਾਨਾਂ ਸਾਡੀਆਂ, ਕਿਰਾਏ ਦੇ ਉੱਤੇ ਦੁਕਾਨਾਂ ਆ, ਬਿਜਲੀ ਦੇ ਬਿੱਲ ਸਰ ਪੈਂਡਿੰਗ ਪਏ ਆ ਔਰ ਬੜਾ ਔਖਾ ਹੋ ਗਿਆ ਸਰ ਜੀ। ਅੱਛਾ, ਕਿੰਨੇ ਕੁ ਲੱਖ ਰੁਪਏ ਦਾ ਸਮਾਨ ਤੁਸੀਂ ਬਣਾਇਆ ਸੀਗਾ? ਛੋਟਾ ਜਿਹੀ ਜਵਾਬ ਤੁਹਾਡਾ ਚਾਹੂੰਗਾ ਸਰ। ਇਹਦੇ ਵਿੱਚ ਜਿੱਦਾਂ ਨਵਾਂ ਸੀਜ਼ਨ ਆਉਂਦਾ ਸਰ, ਨਵੇਂ ਕੰਮ ਦੇ ਨਵੇਂ ਤਰੀਕੇ ਨਾਲ ਹੀ ਹੁੰਦਾ ਆ ਸਰ। ਇਨਵੈਸਟਮੈਂਟ ਹੁੰਦੀ ਰਹਿੰਦੀ ਆ। ਪੁਰਾਣਾ ਸਮਾਨ ਸਰ ਮਿੱਟੀ ਹੁੰਦਾ ਰਹਿੰਦਾ ਆ ਔਰ ਨਵਾਂ ਇਨਵੈਸਟਮੈਂਟ ਹੁੰਦੀ ਰਹਿੰਦੀ ਆ। ਇਹਦਾ ਕੋਈ ਭੇਦ ਨਹੀਂ ਹੈਗਾ ਵੀ ਅਸੀਂ 10 ਲੱਖ ਦਾ ਕਹਿ ਦਈਏ, 12 ਲੱਖ ਦਾ ਕਹਿ ਦਈਏ।
ਨਵੇਂ ਸੀਜ਼ਨ ਦੇ ਹਿਸਾਬ ਨਾਲ ਨਵਾਂ ਹੀ ਸਮਾਨ ਸਾਰਾ ਹਰ ਸੀਜ਼ਨ ਦੇ ਉੱਤੇ ਨਵਾਂ ਲਾਉਣਾ ਪੈਂਦਾ ਹੈ। ਉਹ ਪੁਰਾਣਾ ਸਮਾਨ ਮਿੱਟੀ ਹੁੰਦਾ ਰਹਿੰਦਾ, ਸਾਨੂੰ ਅੱਧੇ ਰੇਟ ਤੋਂ ਵੀ ਘੱਟ ਰੇਟਾਂ 'ਤੇ ਉਹ ਸਮਾਨ ਵੇਚਣਾ ਪੈਂਦਾ। ਉਹ ਸਾਡਾ ਬਹੁਤ ਸਾਰਾ ਨੁਕਸਾਨ ਹੋ ਗਿਆ। ਹੁਣ ਸਮਾਨ ਸਾਡਾ ਜਿਹੜਾ ਉੱਦਾਂ ਹੀ ਪਿਆ, ਬੇਕਾਰ ਹੋਇਆ ਪਿਆ ਆ। ਮਿੱਟੀ ਘੱਟੇ ਦੇ ਨਾਲ ਜਿਹੜਾ ਸਮਾਨ ਆ ਉਹ ਖਰਾਬ ਹੁੰਦਾ ਜ਼ਿਆਦਾ ਪਿਆ, ਉਹਦੀ ਕੇਅਰ ਆਖਰੀ ਸਵਾਲ ਲਊਂਗਾ ਪ੍ਰਧਾਨ ਜੀ ਤੋਂ। ਪ੍ਰਧਾਨ ਜੀ, ਜਿਸ ਤਰੀਕੇ ਦੇ ਨਾਲ ਦੁਕਾਨਾਂ ਦੇ ਸ਼ਟਰ ਬੰਦ ਨੇ, ਅੰਦਰ ਮਿੱਟੀ ਘੱਟਾ ਸਮਾਨ ਦੇ ਉੱਤੇ ਵੀ ਆਪਾਂ ਪੂਰੇ ਦੇ ਉੱਤੇ ਦੇਖਿਆ, ਇੱਕ ਨੁਕਸਾਨ ਤਾਂ ਜਿਹੜੀ ਆਮਦਨੀ ਤਾਂ ਉਹ ਠੱਪ ਹੋਈ ਹੈ, ਪਰ ਜਿਹੜਾ ਸਮਾਨ ਲੱਖਾਂ ਰੁਪਇਆਂ ਦਾ ਬਣਾਇਆ ਸੀ ਉਹ ਵੀ ਮਿੱਟੀ ਹੋ ਰਿਹਾ। ਕੀ ਕਹਿਣਾ ਚਾਹੁੰਦੇ? ਦੇਖੋ ਜੀ, ਬੇਨਤੀ ਇਹ ਹੈ ਕਿ ਹਰੇਕ ਘਰ ਦੇ ਵਿੱਚ ਐਲਡੀ ਟੀਵੀ ਵਗੈਰਾ ਜਾਂ ਕੋਈ ਵੀ ਇਲੈਕਟ੍ਰੋਨਿਕ ਸਿਸਟਮ ਪਿਆ ਹੁੰਦਾ, ਉਹ 2 ਮਹੀਨੇ ਬੰਦ ਰਹੇ ਤੇ ਮੇਰਾ ਖਿਆਲ ਹੈ ਦੁਬਾਰਾ ਚਲਾਉਣ ਵਾਲਾ ਨਹੀਂ ਰਹਿੰਦਾ। ਔਰ ਅੱਜ ਦੇ ਦੇਖਿਆ ਜਾਵੇ ਤੇ ਜਿਹੜਾ ਸਾਡਾ ਸਮਾਨ ਆ, ਔਰ ਸਾਡੇ ਹਿਸਾਬ ਨਾਲ ਵੀ ਜੇ ਇਹ ਨਾ ਤਕਰੀਬਨ 6 ਮਹੀਨੇ ਹੋ ਗਏ ਇਹਨੂੰ ਬੰਦ ਪਏ ਨੂੰ, ਇੱਥੇ ਤੱਕ ਕਿ ਲੋਕਡਾਊਨ ਦੇ ਚੱਲਦੇ ਆਪਾਂ ਇਹਨੂੰ ਟੈਸਟਿੰਗ ਵੀ ਨਹੀਂ ਕਰ ਸਕਦੇ। ਔਰ ਸਾਨੂੰ ਜਿੰਨਾ ਕੁ ਹਰਜਾਨਾ ਭਰਨਾ ਪੈਣਾ ਸਮਾਨ ਦਾ ਕਿ ਤਕਰੀਬਨ ਆਪਾਂ ਕਹਿ ਨਹੀਂ ਸਕਦੇ ਕਿ ਸਾਡਾ ਤਕਰੀਬਨ ਅੱਧਿਓਂ ਜ਼ਿਆਦਾ ਸਮਾਨ ਜਿਹੜਾ ਉਹ ਪਿਆ ਮਿੱਟੀ ਹੋ ਗਿਆ, ਤੇ ਇਸ ਕਰਕੇ ਸਾਨੂੰ ਬਹੁਤ ਘਾਟਾ। ਬਾਕੀ ਜੇ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਨੇ ਸਾਡੇ ਬਾਰੇ ਕਦੀ ਵੀ ਕਿਤੇ ਵੀ ਗੱਲ ਨਹੀਂ ਕੀਤੀ। ਔਰ ਜੇ ਸੋਚਿਆ ਜਾਵੇ ਤਾਂ ਸਰਕਾਰਾਂ ਨੇ, ਮੇਰਾ ਖਿਆਲ ਹੈ ਕਿ ਸਾਡੀ ਜਿਹੜੀ ਇਹ ਕਮਿਊਨਿਟੀ ਹੈਗੀ ਉਹਨੂੰ ਲਿਆ ਹੀ ਨਹੀਂ ਇਸ ਵਿਸ਼ੇ ਦੇ ਵਿੱਚ ਕਿ ਜਾਂ ਇਹ ਵੀ ਬੰਦੇ ਇਸ ਕੰਮ ਕਰਦੇ ਪਏ ਆ, ਜਾਂ ਪੈਲਸ ਵਾਲੇ ਹੋ ਗਏ ਜਾਂ ਡੀਜੇ ਲੈਣ ਵਾਲੇ ਬੰਦੇ, ਜਿੰਨੇ ਵੀ ਬੰਦੇ ਆ, ਇਹਨਾਂ ਦੀ ਕਦੀ ਸਰਕਾਰ ਨੇ ਕੋਈ ਗੱਲ ਹੀ ਨਹੀਂ ਕੀਤੀ। ਹੁਣ ਇੱਕ ਬੱਸ ਆ, ਉਹਦੇ ਵਿੱਚ 52 ਸੀਟਾਂ ਹੁੰਦੀਆਂ, ਸਰਕਾਰ ਕਹਿੰਦੀ ਕਿ ਉਹਦੇ ਵਿੱਚ 30 ਬੰਦੇ ਬੈਠ ਕੇ ਉਹ ਸਫ਼ਰ ਕਰ ਸਕਦੇ ਆ। ਇੱਕ ਪੈਲਸ ਆ 2.5 ਕਿੱਲੇ ਵਿੱਚ, ਇੱਕ ਪੈਲਸ ਆ, ਉਹਦੇ ਵਿੱਚ ਘੱਟੋ ਘੱਟ ਵੀ 2.500 ਬੰਦਾ ਬਹਿ ਸਕਦਾ, ਉੱਥੇ 250 ਬੰਦਾ ਵੀ ਬਹਿ ਕੇ ਇੱਕ ਫੰਕਸ਼ਨ ਨਹੀਂ ਲਾ ਸਕਦਾ। ਤੇ ਇਹ ਸਰਕਾਰਾਂ ਨੇ ਸਾਡੇ ਬਾਰੇ ਨਹੀਂ ਸੋਚਿਆ। ਅਸੀਂ ਤਾਂ ਬੇਨਤੀ ਤੁਹਾਡੇ ਚੈਨਲ ਹਮਦਰਦ ਟੀਵੀ ਥਰੂ ਇੱਕ ਬੇਨਤੀ ਕਰਾਂਗੇ ਕਿ ਜਿਹੜਾ ਸਾਡਾ ਸੀਜ਼ਨ ਪਿਛਲਾ ਖਰਾਬ ਹੋ ਗਿਆ, ਉਹਦੇ ਬਾਰੇ ਆਪਾਂ ਕੋਈ ਗੱਲ ਨਹੀਂ ਕਰਦੇ ਕਿਉਂ, ਉਹ ਤਾਂ ਖਰਾਬ ਹੋ ਹੀ ਚੁੱਕਾ। ਆਪਾਂ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਦੇ ਥਰੂ ਸਰਕਾਰ ਨੂੰ ਕਿ ਆਉਣ ਵਾਲਾ ਜਿਹੜਾ ਸੀਜ਼ਨ ਆ ਉਹ ਸਾਡਾ ਅਕਤੂਬਰ ਵਿੱਚ ਨਰਾਤਿਆਂ ਦੇ ਵਿੱਚ ਸ਼ੁਰੂ ਹੁੰਦਾ, ਉਹਦੀ ਬੇਨਤੀ ਕਰਦੇ ਕਿ ਉਹ ਆਉਣ ਵਾਲਾ ਸੀਜ਼ਨ ਜਿਹੜਾ ਉਹ ਚਾਲੂ ਕਰਨ ਵਾਸਤੇ ਸਾਨੂੰ ਕੋਈ ਉਹਦੇ ਵਾਸਤੇ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਜਿਹੜੀ ਪਬਲਿਕ ਹੈਗੀ ਆ ਉਹ ਸਾਨੂੰ ਆ ਕੇ ਨਵੇਂ ਫੰਕਸ਼ਨ ਜਿਹੜੇ ਉਹ ਬੁੱਕ ਕਰਾਉਣ, ਤੇ ਅਸੀਂ ਵੀ ਇਹ ਸੋਚੀਏ ਕਿ ਅਸੀਂ ਵੀ ਕੰਮ ਕਰਕੇ ਜਿਹੜਾ ਸਾਡਾ ਬਕਾਇਆ ਦੁਕਾਨਾਂ ਦਾ। ਹੁਣ ਮੇਰੀ ਆਪਣੀ ਦੁਕਾਨ ਆ, ਮੈਂ 10,000 ਰੁਪਈਆ ਦੁਕਾਨ ਦਾ ਕਿਰਾਇਆ ਦਿੰਦਾ, 6 ਮਹੀਨੇ ਹੋ ਗਏ, 60,000 ਰੁਪਈਆ ਮੇਰੀ ਦੁਕਾਨ ਦਾ ਕਿਰਾਇਆ ਪੈਂਡਿੰਗ ਹੋ ਗਿਆ। ਗੱਡੀ ਆ 407 ਗੱਡੀ ਮੇਰੇ ਕੋਲ ਆ, ਸਾਰੇ ਬੰਦਿਆਂ ਤੋਂ ਆਪਣੀਆਂ ਤਕਰੀਬਨ ਗੱਡੀਆਂ ਹੈਗੀਆਂ। ਉਹ ਗੱਡੀ ਦਾ ਮੈਂ ਆਪਣੇ ਟੈਕਸ ਦੇਣ ਗਿਆ ਤੇ ਉਹਦੇ ਵਿੱਚ 45 ਦਿਨ ਦੀ ਛੂਟ ਦਿੱਤੀ ਗਈ ਟੈਕਸ ਵਿੱਚ, ਜਦ ਕਿ ਕੰਮ ਬੰਦ ਹੋਏ ਨੂੰ 6 ਮਹੀਨੇ ਹੋ ਗਏ। ਇਸ ਕਰਕੇ ਸਾਡੀ ਸਰਕਾਰ ਨੂੰ ਇਹ ਅਪੀਲ ਆ ਕਿ ਸਾਨੂੰ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਔਰ ਜਿੱਦਾਂ ਬਾਕੀ ਸਾਰੇ ਕੰਮ ਤੁਸੀਂ ਖੋਲ੍ਹੇ ਆ ਉਸ ਹਿਸਾਬ ਨਾਲ ਆਪਾਂ ਵੀ ਜੋ ਸਰਕਾਰ ਦੀਆਂ ਹਦਾਇਤਾਂ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਉਹ ਕੰਮ ਕਰਨ ਦੀ ਸਾਨੂੰ ਅਪੀਲ ਦਿੱਤੀ ਜਾਵੇ। ਤੇ ਬੇਨਤੀ ਆ ਸਰਕਾਰਾਂ ਨੂੰ ਵੀ ਸਾਡਾ ਪਿਛਲਾ ਸੀਜ਼ਨ ਜਿਹੜਾ ਉਹ ਤੇ ਆਪਾਂ ਉਹਦੇ ਬਾਰੇ ਗੱਲ ਹੀ ਨਹੀਂ ਕਰਦੇ। ਬਿਲਕੁਲ ਪਿਛਲਾ ਸੀਜ਼ਨ ਕਹਿੰਦੇ ਨੇ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਮਿੱਟੀ ਹੋ ਗਿਆ ਹੈ। ਆਮਦਨ ਜਿੱਥੇ ਜ਼ੀਰੋ ਹੋਈ ਆ, ਉੱਥੇ ਹੀ ਜਿਹੜਾ ਲੱਖਾਂ ਰੁਪਏ ਦਾ ਸਮਾਨ ਦੁਕਾਨ ਦੇ ਅੰਦਰ ਰੱਖਿਆ ਹੈ ਉਹਨੂੰ ਵੀ ਜੰਗ ਪੈ ਰਿਹਾ, ਮਿੱਟੀ ਘੱਟੇ ਦੇ ਨਾਲ ਖਰਾਬ ਹੋ ਰਿਹਾ ਹੈ। ਕੁੱਲ ਮਿਲਾ ਕੇ ਸਰਕਾਰਾਂ ਦੇ ਵੱਲੋਂ ਇਹਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਦੇ ਵੱਲੋਂ ਇਹਨਾਂ ਦੀ ਪੂਰੀ ਤਰ੍ਹਾਂ ਦੇ ਨਾਲ ਅਣਦੇਖੀ ਕੀਤੀ ਗਈ ਹੈ, ਜਿਸ ਕਾਰਨ ਇਹ ਭਾਈਚਾਰਾ ਜੋ ਚੰਗਾ ਜੀਵਨ ਬਸਰ ਕਰ ਰਿਹਾ ਸੀਗਾ ਅੱਜ ਸੜਕਾਂ ਤੇ ਆ ਗਿਆ ਹੈ। ਕੋਈ ਮੀਟ ਦੀ ਦੁਕਾਨ ਤੇ ਲੱਗਾ ਹੈ ਤੇ ਕੋਈ ਦਿਹਾੜੀ ਮਜ਼ਦੂਰਾਂ ਦੇ ਵਾਂਗ ਇੱਕ ਮਿਸਤਰੀ ਦੇ ਨਾਲ ਕਰ ਰਿਹਾ। ਸੋ ਕੁੱਲ ਮਿਲਾ ਕੇ ਇਸ ਭਾਈਚਾਰੇ ਦੇ ਵੱਲ ਸਰਕਾਰ ਨੂੰ ਵੱਲੋਂ ਅਪੀਲ ਕੀਤੀ ਗਈ ਹੈ ਸਰਕਾਰ ਨੂੰ ਵੀ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਦੂਜੇ ਕਿੱਤਿਆਂ ਵੱਲ ਧਿਆਨ ਦੇ ਕੇ ਉਹਨਾਂ ਨੂੰ ਹੌਲੀ ਹੌਲੀ ਖੋਲ੍ਹਿਆ, ਇਹਨਾਂ ਦੇ ਕਿੱਤੇ ਨੂੰ ਵੀ ਖੋਲ੍ਹਿਆ ਜਾਵੇ ਤਾਂ ਜੋ ਇਹਨਾਂ ਦਾ ਜੀਵਨ ਬਸਰ ਵਧੀਆ ਤੇ ਸਹੀ ਤਰੀਕੇ ਨਾਲ ਚੱਲੇ ਔਰ ਇਹਨਾਂ ਦਾ ਜਿਹੜਾ ਕਿੱਤਾ ਹੈ ਉਹ ਵੀ ਬਚ ਸਕੇ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਦਸੂਹਾ, ਹੁਸ਼ਿਆਰਪੁਰ।